ਟਰਾਲੀ 'ਚ ਮੁੰਡਾ ਲਾ ਕੇ ਗਿਆ ਤੇਰਾ ਮੁੰਡਾ ਲਾ ਕੇ ਗਿਆ ਤੇਰਾ ਮੁੰਡਾ ਬਈ ਨਾ ਬਣਾਓ ਇੰਨੇ ਜਾਣੇ ਭਾਈ ਇੰਨੇ ਜਾਣੇ ਕਾਹਤੋਂ ਬਣਾਈ ਜਾਂਦੇ ਰੁਕ ਜਾ 2 ਮਿੰਟ ਖੜੇ ਘਬਰਾ ਜਾਂਦੀ ਹੈ ਘਬਰਾ ਜਾਂਦੀ ਹੈ ਉਹ ਸਾਰੀ ਦੇਖ ਹਾਂ ਕੋਈ ਸਹੀ ਗੱਲ ਕੋਈ ਨਾ ਬੇਬੇ ਤੇਰੇ ਨਾਲ ਆ ਅਸੀਂ ਨਹੀਂ ਮਾਂ ਟਰਾਲੀ 'ਚ ਇੱਥੇ ਲਾ ਕੇ ਤੈਨੂੰ ਟਰਾਲੀ 'ਚੋਂ ਲਾ ਕੇ ਹੈ ਇਹਦੇ ਟਰਾਲੀ 'ਚ ਲਾ ਕੇ ਜੀ ਇਹਦਾ ਪਿੰਡ ਕਿਹੜਾ ਬੇਬੇ ਦਾ ਵੈਸੇ ਬਈ ਬੇਬੇ ਕੋਲ ਪਿੰਡ ਤੋਂ ਆ ਕੋਲ ਪਿੰਡ ਤੋਂ ਆ ਤੂੰ ਨਹੀਂ ਮਾਂ ਮੈਂ ਤਾਂ ਤੇਰਾ ਪੋਤਾ ਸੱਚੀ ਮੈਨੂੰ ਪਤਾ ਨਹੀਂ ਮਾਂ ਮੈਨੂੰ ਤੇਰੀ ਮਦਦ ਕਰ ਲੋ ਮੈਂ ਨਹੀਂ ਲਾ ਕੇ ਗਿਆ ਮਾਂ ਤੈਨੂੰ ਟਰਾਲੀ ਕਿਉਂ ਲਾ ਕੇ ਗਏ ਆ ਤੈਨੂੰ ਲਾ ਕੇ ਕੌਣ ਗਿਆ ਨਹੀਂ ਲਾ ਕੇ ਕੌਣ ਗਿਆ ਮਾਂ ਮਾੜਾ ਕੰਮ ਨਹੀਂ ਆਇਆ ਮੈਂ ਤੈਨੂੰ ਜਾਈ ਦੱਸਾਂ ਇਹ ਚੰਗਾ ਬੰਦਾ ਕੋਈ ਗੱਲ ਨਹੀਂ ਲੈ ਕੇ ਆਇਆ ਮਾਂ ਅਸੀਂ ਲੈ ਕੇ ਆਏ ਤੇਰੇ ਵਾਸਤੇ ਉਹ ਗੱਡੀ 'ਚ ਪਈ ਆ ਨਹੀਂ ਮਾਂ ਠੰਡ ਆ ਨਾ ਅਸੀਂ ਕਹਿੰਦੇ ਮੈਨੂੰ ਘਰੇ ਲੈ ਕੇ ਜਾਣਾ ਚਾਹੁੰਦੇ ਆ ਤੈਨੂੰ ਕੋਲਡ ਮਾਂ ਤੂੰ ਕੋਲਡ ਚੱਲੇਂਗੀ ਸਾਡੇ ਨੇ ਕੋਲਡ ਛਾਪੇ ਨਹੀਂ ਜਾਣਾ ਜਦ ਮੈਂ ਫਰਵਾਹੀ ਚੱਲ ਦੇਖਿਆ ਤੋਂ ਆਉਂਦੇ ਆ ਕੋਈ ਨਹੀਂ ਆਉਂਦੇ ਹੁੰਦੇ ਮੈਂ ਪੁੱਛਦਾ ਮਾਂ ਵੀ ਆਉਂਦੇ ਨਹੀਂ ਮਾਂ ਮੇਰੀ ਤੂੰ ਸੜਕ ਤੇ ਪਈ ਇੰਨੇ ਮਾਰਿਆ ਮੈਂ ਤਾਂ ਪੁੱਛਿਆ ਮਾਂ ਸਵੇਰੇ ਉਰੇ ਲੈ ਉੱਥੇ ਪੈ ਜਾਂਦੇ ਉਹ ਕੋਈ ਗੱਲ ਨਹੀਂ ਉਹਨੂੰ ਵੀ ਉਹ ਸਾਹਮਣੇ ਜੀ ਭਗਤ ਸਿੰਘ ਦਾ ਪੁੱਤ ਆ ਉਹ ਪੁੱਤ ਉੱਥੇ ਪਈ ਆ ਬੇਬੇ ਕਿੰਨੇ ਮਹੀਨੇ ਹੋ ਗਏ ਜੀ ਇਹਨਾਂ ਨੂੰ ਸਾਲ ਤੋਂ ਉੱਤੇ ਹੋ ਗਿਆ ਜੀ ਸਾਲ ਤੋਂ ਉੱਤੇ ਇੱਥੇ ਬਾਹਰ ਹੀ ਪਏ ਆ ਗਰਮੀਆਂ ਵੀ ਉੱਥੇ ਕੱਢੀਆਂ ਹੁਣ ਸਿਆਲ ਵੀ ਇੱਥੇ ਅੱਜ ਆਏ ਇੱਥੇ ਕਿੱਥੇ ਸੌਂਦੇ ਰਾਤ ਨੂੰ ਕਿੱਥੇ ਸੌਂਦੇ ਆ ਰਾਤ ਨੂੰ ਉੱਥੇ ਸੌਂਦੇ ਆ ਇਹ ਭਗਤ ਸਿੰਘ ਦਾ ਪੁੱਤ ਹੈ ਜੀ ਸਾਹਮਣੇ ਪਹਿਲਾਂ ਤਾਂ ਦੇਖੋ ਸ਼ਹੀਦ ਭਗਤ ਸਿੰਘ ਨੇ ਕੀ ਸੋਚਿਆ ਸੀ ਸਾਡੀ ਖਾਤਰ ਜਿੱਥੇ ਕੀ ਹੋ ਰਿਹਾ ਸਾਹਮਣੇ ਪੁਲਿਸ ਸਟੇਸ਼ਨ ਬਰਨਾਲੇ ਦਾ ਬਰਨਾਲਾ ਸਿਟੀ ਦਾ ਤੇ ਆਹ ਗੁਰੂ ਘਰ ਹੈ ਜੀ ਇਹ ਕਿਹੜਾ ਗੁਰਦੁਆਰਾ ਸਾਹਿਬ ਹੈ ਜੀ ਸਿੰਘ ਸਭਾ ਗੁਰਦੁਆਰਾ ਸਾਹਿਬ ਆਹ ਦੇਖੋ ਲਿਖਿਆ ਹੋਇਆ ਤੇ ਉੱਪਰ ਕਮਰੇ ਬਣੇ ਹੋਏ ਰੂਮ ਘੱਟੋ ਘੱਟ ਸਾਰੇ ਬਾਥਰੂਮ ਅਟੈਚ ਨਾਲ ਅੰਦਰ ਵੀ ਹੈਗੇ ਸਾਰੇ ਰੂਮ ਬਣੇ ਹੋਏ ਅੰਦਰ ਜਿੰਨੇ ਗੁੰਦੇ 25 ਗੁਰਦੁਆਰਾ ਸਾਹਿਬ ਦੇ ਰੂਮ ਆ ਇੱਕ ਮਾਂ ਇੱਥੇ 1 ਸਾਲ ਤੋਂ ਪਿੱਛੇ ਦੇ 1 ਸਾਲ ਤੋਂ ਸੜਕ ਤੇ ਦਿੱਤੀ ਆ ਤੇ ਪੈਂਦੀ ਵੀ ਕਿੱਥੇ ਆਪਦੇ ਪੁੱਤ ਕੋਲੇ ਭਗਤ ਸਿੰਘ ਦੇ ਕੋਲੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਲੋਕ ਹਾਰ ਪਾਉਣ ਆਉਂਦੇ ਨੇ ਇੱਥੇ ਆ ਲੋਕ ਤਾਜ਼ੇ ਫੁੱਲ ਪਏ ਆ ਜਾਨੀ ਕਿ ਇੱਥੇ ਲੋਕ ਫੁੱਲ ਅਰਪਣ ਕਰਨ ਆਉਂਦੇ ਨੇ ਸ਼ਹੀਦ ਭਗਤ ਸਿੰਘ ਨੂੰ ਇੱਥੇ ਇੱਕ ਮਾਂ ਪਈ ਹੁੰਦੀ ਆ ਬਾਪੂ ਜੀ ਇੱਥੇ ਨੇ ਇਹ ਬੇਬੇ ਕਿੰਨੇ ਟਾਈਮ ਦੇ ਇੱਥੇ ਆ ਅੱਛਾ ਗੁਰਦੁਆਰਾ ਸਾਹਿਬ ਬਾਪੂ ਮੇਰੀ ਸੁਣੋ ਗੱਲ ਮੇਰੀ ਮਾਂ ਮੰਨ ਲਓ ਬਾਕੀ ਤੋਂ ਗੁਰਦੁਆਰਾ ਇਹ ਘਰ ਕਿਹਦਾ ਇਹਦੇ ਵਿੱਚ ਪੈ ਕੇ ਕੋਈ ਗਾਲਾਂ ਕੱਢੇ ਕਰੇ ਕੌਣ ਕੱਢਣ ਵਾਲਾ ਉਹਨਾਂ ਦਾ ਕੀ ਹੱਕ ਆ ਕਿੰਨੇ ਟਾਈਮ ਤੋਂ ਦੇਖਣਾ 20 ਸਾਲ ਹੋ ਗਿਆ 8 ਮਹੀਨੇ ਤੋਂ ਮਸਾ ਬਾਈ ਸਾਲ ਦੇ ਕਰੀਬ ਇਹ ਵੀ ਸਾਹਮਣੇ ਨਿਕਲਦਾ ਬਾਈ ਕੋਨੇ ਕਾ ਤੋਂ ਕਰਨਾ ਤੂੰ ਗੁਰਦੁਆਰਾ ਸਾਹਿਬ ਦੇ ਹੱਥ ਬੋਲਣਾ ਚਾਹੁੰਦਾ ਸਾਲ ਹੋ ਗਿਆ ਇੱਥੇ ਗਾਲਾਂ ਕੱਢਦੀ ਹੈ ਕਹਿੰਦੇ ਮਾਤਾ ਗਾਲਾਂ ਤਾਂ ਹੁਣ ਸਾਨੂੰ ਵੀ ਕੱਢੀ ਜਾਂਦੀ ਹੈ ਬੇਬੇ ਤੇ ਹੁਣ ਜੇ ਬੇਬੇ ਨੂੰ ਅਸੀਂ ਕਹਿ ਦਈਏ ਬੇਬੇ ਗਾਲਾਂ ਕੱਢਦੀ ਅਸੀਂ ਵੀ ਮੁੜ ਜਾਂਦੇ ਆ ਤੇ ਇੱਥੇ ਪਈ ਮਰ ਜੂ ਇੱਕਦਮ ਉਹ ਪੰਜਾਬ ਦੀ ਮਾਂ ਦੀ ਸ਼ਕਲ ਦੇਖੋ ਪੰਜਾਬ ਕੋਲ ਮੰਨ ਲਓ ਜਿਹੜੀ ਪੰਜਾਬ ਸਿੰਘ ਦੀ ਜਿਹਨੇ ਪੰਜਾਬ ਦੱਸਿਆ
ਉਹਦੀ ਮਾਂ ਕਿੱਦਾਂ ਦੀ ਹੋਊ, ਇਦਾਂ ਦੀ ਹੋਊ। ਇਹ ਸਾਡੇ ਵੀਡੀਓ ਬਣਾ ਕੇ ਦੱਸਿਆ ਇਹ ਭਾਜੀ ਸਾਡੇ ਹਰਪੰਤ ਸਿੰਘ ਜੀ ਟੀਮ ਦੇ ਮੈਂਬਰ ਅਸੀਂ ਇਹਨਾਂ ਨੂੰ ਇੱਥੇ ਭੇਜਿਆ, ਇਹਨਾਂ ਨੇ ਸਾਰਾ ਵੈਰੀਫਾਈ ਕਰਕੇ ਦੱਸਿਆ। ਯਾਨੀ ਕਿ ਕੁੱਲ ਮਿਲਾ ਕੇ ਗੱਲ ਕੀ ਆ, ਸਾਡਾ ਅੱਜ ਦਾ ਸਮਾਜ ਕਿੰਨਾ ਨਿਕਲ ਗਿਆ। ਇੱਕ ਮਾਂ ਕਰੀਬ 1 ਸਾਲ ਤੋਂ ਸੜਕ ਤੇ ਪਈ ਆ, ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਮੂਹਰੇ ਪਈ ਆ। ਲੋਕ ਉੱਥੇ ਫੁੱਲ ਅਰਪਣ ਕਰਕੇ ਜਾਂਦੇ ਨੇ, ਆ ਕੇ ਹਾਰ ਪਾ ਜਾਂਦੇ ਨੇ। ਉੱਥੇ ਪਈ ਮਾਂ ਵਿਚਾਰੀ ਤੜਪਦੀ ਆ, ਬਿਲਕਦੀ ਆ, ਮੈਂਟਲੀ ਠੀਕ ਨਹੀਂ, ਗਾਲਾਂ ਕੱਢਦੀ ਆ। ਸਾਨੂੰ ਉਹ ਕਹਿੰਦੀ ਆ ਵੀ ਤੁਸੀਂ ਉਹੀ ਹੋ ਜਿਹੜੇ ਮੈਨੂੰ ਟਰਾਲੀ 'ਚੋਂ ਲਾਹ ਕੇ ਗਏ ਸੀ ਇੱਥੇ, ਉਹ ਉਹੀ ਸਰਪੰਚ ਆ। ਮੈਨੂੰ ਕਹਿੰਦੀ ਜਿਹੜਾ ਮੈਨੂੰ ਲਾਹ ਕੇ ਸਿੱਟ ਗਿਆ ਟਰਾਲੀ 'ਚੋਂ, ਮਤਲਬ ਉਹਨੂੰ ਕੋਈ ਟਰਾਲੀ 'ਚ ਲਾਹ ਕੇ ਗਿਆ ਇੱਥੇ ਇੱਕ ਡੰਗਰ ਬੱਚੇ ਵਾਂਗ, ਇੱਕ ਜਾਨਵਰਾਂ ਵਾਂਗ। ਤੁਹਾਨੂੰ ਬਣਾਉਂਦੇ ਆ ਮਾਂ ਅੱਗੇ ਕੀ ਕਹਿੰਦੀ ਆ, ਤੁਹਾਨੂੰ ਬਣਾਉਂਦੇ ਆ ਮਾਤਾ ਦੇ ਰਿਐਕਸ਼ਨ ਕੀ ਆ ਤੇ ਸਾਡੇ ਸਮਾਜ ਦੇ ਹਾਲਾਤ ਕੀ ਆ। ਮਾਰ ਲਿਆ ਦੇ ਪੁੱਤ ਦੇ ਗੁਰਦੁਆਰੇ ਇਹ ਦੋਨੋਂ ਨੂੰ ਅਰੇ ਜਦੋਂ ਤੇਰਾ ਸਰੀਰ ਖੜ ਗਿਆ, ਕੰਮ ਰੋਟੀ ਪਾਉਣੋਂ ਰਹਿ ਗਿਆ ਸਰੀਰ, ਅੱਗੇ ਉਹ ਕਹਿੰਦੇ ਜਾ ਹੈ। ਮੁੰਡੇ ਮਿਲ ਲਾਉਂਦੇ ਹੁੰਦੇ ਮਾਂ, ਮੁੰਡੇ ਕਿੰਨੇ ਆ? ਮਾਂ ਕਿੰਨੇ ਮੁੰਡੇ ਆ ਤੇਰੇ, ਕਿੰਨੇ ਪੁੱਤ ਆ ਮਾਂ? ਹਾਂ ਅੱਛਾ, ਉਹ ਤੇਰਾ ਘਰ ਨਿੱਕੇ ਜਿਹੇ ਗੇਟ ਵਾਲਾ, ਅੰਦਰ ਤਾਂ ਬਹੁਤ ਵੱਡਾ 10 ਕਮਰੇ ਆ, 5-6 ਕਮਰੇ ਬਣੇ ਆ। ਇੱਕ ਜਿਹੜਾ ਘਰ ਜਿਹੜਾ ਲਾਲ ਗੇਟ ਆ, ਲਾਲ। ਅੱਛਾ, ਤੇਰੇ ਮੁੰਡੇ ਕਿੰਨੇ ਆ ਮਾਂ? ਨਹੀਂ ਇਹ ਚੰਗਾ ਹੁੰਦਾ ਹੈ। ਸੁੱਖਾ ਮੁੰਡਾ ਦਾ ਮਾਂ? चमकौर सुखा एक बिट्टू चमकौर सुखा ਬਿੱਟੂ ਚਮਕੌਰ ਸੁੱਖਾ ਬੇਬੇ ਦੇ ਪੁੱਤ ਆ। ਮਾਂ ਸੜਕ ਤੇ ਬੇਬੀ ਪੁੱਤਾਂ ਨੂੰ ਬਚਾਉਂਦੀ ਆ। ਬੇਬੇ ਸੁੱਖਾ ਕਿੱਥੇ ਰਹਿੰਦਾ? ਕਿੰਨੇ ਉਹਦੇ ਕਿੰਨੇ ਪੁੱਤਾਂ ਮਾਂ ਵਿਆਹ ਹੋਏ ਹੋ? ਪੁੱਤਾਂ पोता गया ਅੱਛਾ, ਕਿੱਥੇ ਗਏ ਮੈਂ ਪੁੱਛ इंग्लैंड गया ਇੰਗਲੈਂਡ 'ਚ ਗਿਆ। ਚੱਲ ਮਾਂ ਸੱਚੇ ਪਾਤਸ਼ਾਹ ਨੂੰ ਹੋਰ ਤਰੱਕੀ ਬਖਸ਼ੇ, ਉਹ ਆਪਦੇ ਮਾਂ ਪਿਓ ਦਾ ਨਾਂ ਕਰੇ ਜਿਵੇਂ ਅੱਛਾ। ਪੈਂਦਾ ਨਹੀਂ ਸੀ ਥੱਲੇ, ਇੱਥੇ ਬੰਮਾ ਦਾ ਢਿੱਡ ਦੇ ਦੋ ਇੱਥੇ ਟੁੱਟੀ ਦਾ ਲੈਂਦਾ ਸੀ। ਨੱਕ ਨਹੀਂ ਸੀ ਪੁੱਜੇ ਨਾ ਦਿੰਦਾ। ਤੇ ਕਿੰਨਾ ਕੁ ਨਿੱਕਾ ਜਿਹਾ ਹੁੰਦਾ ਤੂੰ ਹੀ ਪਾਲਿਆ? ਉਹ ਜਿਹਦੇ ਮਾਂ ਲੜ ਪੈਂਦੀ ਨਾ, ਜਾਈ ਦੇ ਜਾਵੇਂ ਤੇ ਮਾਰ ਫਿਰ ਮੈਂ ਵੀ ਕੇ ਬਾਹਰ ਖਿੱਚ ਲੈਂਦੀ, ਖਿੱਚ ਮਾਰ ਦਿੰਦੀ। ਅੱਛਾ, ਉਹਦੀ ਮਾਂ ਲੜਦੀ ਸੀ ਵੀ ਨਹੀਂ ਜਾਣਾ ਬੇਬੇ ਕੋਲੇ? ਤੇ ਲੜਦੀ ਨੂੰ ਤਾਂ ਕੁਝ ਕਹਿੰਦੀ ਨਹੀਂ। ਜਦੋਂ ਤੇਰੇ ਨਾਲ ਲੜ ਪੈਂਦੀ ਸੀ ਫੇਰ ਨਹੀਂ ਸੀ ਆਉਣ ਫਿਰ ਦਿੰਦੀ? ਮੈਂ ਬਾਹਰ ਚੱਲੇ ਦੀ ਸੀ ਉਹਦੀ। ਸੁੱਖੇ ਦੀ ਹੈ ਜੁੜਾ ਨਹੀਂ ਕੀ ਕਰਦਾ, ਤੂੰ ਕਹਿੰਦਾ ਮੁੰਡਾ ਵੀ ਲਾਡੀ ਲਾਡੀ ਉਹਦਾ ਨਾਂ, ਜਿਹੜਾ ਇੰਗਲੈਂਡ ਗਿਆ ਹੋਇਆ। ਜੋ ਆਏ ਲੋਕ ਕਰਨ ਜਾਂਦੇ ਲੈ ਧੱਕੇ ਨਾਲ ਜੂੜਾ ਕਰ ਦਿੰਦੇ ਸੀ ਤੂੰ। ਰੱਖਦਾ ਹੀ ਨਹੀਂ ਤੇ ਬੇਬੇ ਹੁਣ ਤਾਂ ਉਹ ਆਪ ਜੂੜਾ ਕਰ ਲੈਂਦਾ, ਹੁਣ ਤਾਂ ਇੰਗਲੈਂਡ ਚਲਿਆ ਗਿਆ। ਰੋਂਦਾ ਹੁੰਦਾ ਫੋਨ ਆਉਂਦਾ ਤੈਨੂੰ ਕਦੇ? ਰੋਂਦਾ ਹੁੰਦਾ ਵਾਹ ਲਾਡੀ, ਲਾਡੀ ਸਿੰਘ ਦਾਦੀ ਤੇਰੀ ਇੱਥੇ ਪਈ ਆ ਸੜਕ ਤੇ, ਉਹ ਲੰਡਨ ਦੇ ਸ਼ਹਿਰ 'ਚ ਘੁੰਮਦਾ ਸੀ, ਇੱਥੋਂ ਏਅਰਪੋਰਟ ਤੇ ਬਹਿਣਾ ਪਈ ਆ ਬੇਬੇ ਤੇਰੀ ਸੜਕ ਤੇ। ਦੇਖਣਾ ਚਾਹੀਦਾ ਸਾਡੇ ਸਮਾਜ ਨੂੰ, ਇਹਨੇ ਇਕੱਲੇ ਮਾਂ ਦੇ ਪੁੱਤ ਚਮਕੌਰ ਸੁੱਖਾ ਤੇ ਇੱਕ ਹੋਰ, ਇੱਕ ਚਮਕੌਰ ਇੱਕ ਸੁੱਖਾ। ਲੜਦੇ ਬਹੁ ਬੜੀਆ ਚਮਕੌਰ ਦੀ ਅੱਛਾ। ਉਹ ਮੁੰਡੇ ਨੂੰ ਮਾਰ ਦੂ ਮਗਰ ਮੈਂ ਕੀ ਮਾਰ ਕੇ ਵਾਹ ਮਾਂ, ਕੁਰਬਾਨੀ ਦੇਤੀ ਹੈ ਉਮਰ 'ਚ ਵੀ। फिर मैं कितने जाऊं फिर जाने आओ मैं ही भग जानी बना लो तुम ਕੋਈ ਨਹੀਂ
ਕਮਾਲ ਹੋ ਉਹਦੇ ਇੱਕ ਬੱਚੇ ਨੂੰ ਗਾਲਾਂ ਮਾਰ ਕੇ ਬੈਠੀ ਦਿੰਦੀ ਚਮਕੌਰ ਦੇ ਘਰ ਵਾਲੀ ਦਾ ਨਾਮ ਕੀ ਆ? ਬਾਹਰ ਕੇ ਬੈਠੀ ਫਿਰ ਕੁੱਤੀ ਬਹੁਤ ਮੁੰਡੇ ਨੇ ਅੱਛਾ ਤੇਰੇ ਨਾਲ ਲੜੀ ਸੀ ਐਵੇਂ ਮੈਂ ਤਾਂ ਇੱਥੇ ਬੈਠੀ ਸੀ ਕਹਿੰਦਾ ਕਿਵੇਂ ਹੋ ਨਹੀਂ ਲੈਂਦੇ ਉਹ ਘਰੇ ਫਿਰ ਮਾਂ ਕਿੰਨੇ ਸਾਲ ਹੋ ਗਏ ਤੂੰ ਘਰ ਛੱਡੇ ਨੂੰ? ਕੌਣ? ਬੁੜਾ ਕੰਜਰ ਓਹੋ ਘਰੋਂ ਤੇਰੇ ਹਾਂ ਕੀ ਨਾਂ ਸੀ ਬਾਪੂ ਦਾ? ਨਾ ਵਾਲੇ ਮੂਹਰੇ ਦਾ ਓਹੋ ਬੁੜੇ ਦਾ ਬੇਬੇ ਤੇਰੇ ਨਾਲ ਲਾਵਾਂ ਲਈਆਂ ਉਹਨੇ ਵਿਆਹ ਕੇ ਆਈਆਂ ਤੂੰ ਉਹਨੇ ਰੋਜ਼ ਕੰਜਰ ਮੀਟ ਖਾਂਦਾ ਸੀ ਰੋਜ਼ ਦਾ ਰੋਟੀ ਹੁਣ ਕਿੱਥੇ ਆ? ਮਾਰੇ ਘਰੇ ਵਿੱਚ ਜੋ ਬਣਿਆ ਬੈਠਾ ਅੱਛਾ ਇਹ ਸੁਬੇਰੇ ਅਸੀਂ ਕੱਢ ਕੇ ਲੈ ਕੀ ਇਹ ਦੱਸੋ ਕਿੱਥੇ ਪਈ ਸੀ ਜੀ? ਉੱਥੇ ਉਹ ਸਾਹਮਣੇ ਦਿਖਾ ਉੱਥੇ ਬਾਈ ਜੀ ਕਿੰਨਾ ਟਾਈਮ ਹੋ ਗਿਆ ਉੱਥੇ ਪੈਂਦੀ ਨੂੰ? 3-4 ਦਿਨ ਤਨਾਜ਼ ਨੂੰ ਉੱਥੇ ਪੈਂਦੀ ਹੈ ਪਹਿਲੇ ਉੱਥੇ ਪੈਂਦੀ ਸੀ ਫਿਰ ਬਾਅਦ ਯਾਨੀ ਕਿ ਇੱਥੇ ਪੈਂਦੀ ਨੂੰ ਕਿੰਨਾ ਟਾਈਮ ਹੋ ਗਿਆ? 6-7 ਮਹੀਨੇ ਹੋ ਗਏ ਤਕਰੀਬਨ 7 ਮਹੀਨੇ 6-7 ਮਹੀਨੇ ਘਰੇ ਘਰੇ ਤਾਂ ਮਤਲਬ ਘਰ ਦੇ 6 ਸਾਲ ਹੋ ਗਏ ਅੱਛਾ ਮੁੰਡਾ ਨੂੰ ਮੈਂ ਕਿਹਾ ਅੱਛਾ ਮਾਂ ਉਹਨਾਂ ਨੇ ਕਹਿਣਾ ਵੀ ਪੈਸੇ ਨਹੀਂ ਹੁਆ ਪਾਏ ਮੇਰੇ ਕੋਲ ਉਹ ਪੈਸੇ ਤੂੰ ਕਹਿੰਦੇ ਜਿਹੜੇ ਹੈ ਉਹਨਾਂ ਨੂੰ ਉਹਨਾਂ ਬੋਲੀ ਉੱਥੋਂ ਨਾ ਵੀ ਉਹ ਲੋਕ ਕਹਿੰਦੀ ਇਹ ਜਾਈ ਬਦੀਨੇ ਪਾਣੀ ਨਹੀਂ ਬੈਠੀ ਨਾ ਪਤਾ ਤੇ ਰੋਜ਼ ਪੈਣਾ ਉੱਥੇ ਕਹਿੰਦਾ ਉਹ ਵਿਚਾਰਾ ਬੋਲੀ ਇਹ ਮੈਂ ਬੜੀ ਕਹਿਣਾ ਕਿ ਲੀੜੇ ਕਮਰੇ ਅੰਦਰ ਹਾਲ ਆ ਉਹ ਛੱਟ ਕੇ ਮੁੰਡਾ ਢੇਰ ਲੱਗੇ ਹੋਏ ਆ ਗੁਰੂ ਘਰ ਵਾਲੇ ਨੇ ਕੱਢਤੀ ਬਾਹਰ ਚਮਕੌਰ ਅੰਦਰ ਮੱਥਾ ਤੂੰ ਪਿਆਰ ਤਾਂ ਤੇਰਾ ਬਹੁਤ ਕਰਦਾ ਹੂੰ ਪ੍ਰਧਾਨਾਂ ਦੇ ਜੇਬ ਚ ਰੋਂਦਾ ਤਾਂ वहाँ लड़ते हैं ना दोनों ਤੇ ਮਾਂ ਲਾਡੀ ਵੀ ਨਹੀਂ ਮਿਲਣ ਆਇਆ ਤੈਨੂੰ ਕਦੇ? आए नहीं हो गया वो ਢਿੱਡ ਤੇ ਪੜਿਆ ਮੈਂ ਇਹ ਗੱਲਾਂ ਬਾਅਦ ਕਰਾਂਗਾ ਢਿੱਡ ਤੇ ਪੜਿਆ ਮਾਂ ਇੰਗਲੈਂਡ ਗਏ ਨੂੰ ਕਿੰਨਾ ਟਾਈਮ ਹੋ ਗਿਆ ਉਹਨੂੰ? ਇੰਗਲੈਂਡ ਤੋਂ ਆ ਕੇ ਨਹੀਂ ਮਿਲਿਆ ਉਹਨਾਂ ਨੇ ਖੜ ਜਾ ਬੇਲਾਡੀ ਵੇ ਲਾਡੀ ਦੇਖੋ ਕਿਤੇ ਹੈ ਬੇਬੇ ਦਾ ਪੋਤਾ ਲਾਡੀ ਵੇ ਹਾਂ ਬੇਬੇ ਬੋਲਦਾ ਬੇਬੇ ਆਈ ਬਾਤ ਤੈਨੂੰ ਕੀ ਕਹਿੰਦਾ? ਕਹਿੰਦਾ ਮੈਂ ਮੰਨ ਗਈ ਤੈਨੂੰ ਬਣਾਈ ਮਾਂ ਇੰਨਾ ਪਿਆਰ ਕਰਦਾ ਤੈਨੂੰ ਲਾਡੀ? ਨਹੀਂ ਕੀ ਕਿੰਨਾ ਪੜਿਆ ਮਾਂ ਲਾਡੀ? ਸਕੂਲੇ ਜਾਂਦਾ ਹੁੰਦਾ ਤੂੰ ਪਿਆਰ ਕਰਦੀ ਸੀ ਕਿੰਨੇ ਕੁ ਸਾਲ ਪਹਿਲਾਂ ਕੱਢਦੀ ਸੀ? ਫਤਿਹਗੜ੍ਹ ਸਾਹਿਬ ਅੰਦਰ ਜਿਹੜਾ ਲੰਗਰ ਹਾਲ ਬਣਿਆ ਉੱਥੇ ਰੋਟੀ ਲਾਉਂਦੀ ਹੁੰਦੀ ਸੀ ਤੂੰ? ਅੱਛਾ ਵੱਡੇ ਹਾਲ 'ਚ ਕਿ ਉੱਥੇ ਫਿਰ ਰੋਟੀਆਂ ਲਾਉਂਦੀ ਸੀ ਜਦੋਂ ਤੇਰੇ ਹੱਥ ਪੈਰ ਖੜ ਕੇ ਫਿਰ ਉਹਨਾਂ ਨੇ ਤੈਨੂੰ ਕਮਰਾ ਦਿੱਤਾ ਸੀ? ਅੱਛਾ ਸੇਵਾ ਕਰ ਕਿੰਨੇ ਕੁ ਕਰ ਲੈ ਜਾਵਾਂ ਮਾਂ? ਜਮਾ ਖਾਤੇ ਹੋਈ 2 ਲੱਖ ਦੇ ਕਿਹੜੇ ਤੇ ਫਿਰ ਮਾਂ ਕਿੱਥੇ ਗਏ ਹੁਣ ਪੈਸੇ? ਹੁੰਦੇ ਅੱਛਾ ਦੇ ਤੇ ਮੁੰਡਿਆਂ ਦੇਖੋ ਮਾਂ ਨੇ ਘਰੋਂ ਕੱਢਤੀ ਪੁੱਤਾਂ ਨੇ ਨੂੰਹਾਂ ਨੇ ਲੜ ਕੇ ਤੇ ਮਾਂ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ 'ਚ ਜਾ ਕੇ ਪ੍ਰਸ਼ਾਦੇ ਦੀ ਸੇਵਾ ਕਰਨ ਲੱਗ ਗਈ। ਉੱਥੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ 'ਚ ਜੇ ਕੋਈ ਸੇਵਾ ਕਰਨ ਜਾਂਦਾ ਨਾ ਉਹ ਕਹਿੰਦੇ ਨੇ ਦਿਹਾੜੀ ਲੈ ਧੱਕੇ ਨਾਲ ਦਿੰਦੇ ਕਿਉਂਕਿ ਉਹਨੂੰ ਕਹਿੰਦੇ ਜੇ ਸੇਵਾ ਕਰੂਗਾ ਸਭ ਤੋਂ 20 ਸਵਾਲ ਪੁੱਛੂਗਾ ਵੀ ਆਟਾ ਕਿੱਥੋਂ ਆਇਆ ਦਾਲ ਕਿੱਥੋਂ ਆਈ ਹੈ ਵੀ ਜੇ ਦਿਹਾੜੀ ਦੇਵਾਂਗੇ ਆਪੇ ਚੁੱਪ ਕਰ ਜੂ ਕਹਾਂਗੇ ਬੇਬੇ ਤੂੰ ਵੀ ਲੈਣੀ ਹੋਈ ਹੈ ਦਿਹਾੜੀ ਤੇ ਬੇਬੇ ਕਹਿੰਦੀ ਮੈਂ ਸੇਵਾ ਕਰਨੀ ਆ ਮੈਂ ਪੈਸੇ ਨਹੀਂ ਲੈਣੇ ਪਰ ਜਦੋਂ ਉਹਨਾਂ ਨੇ ਕਿਹਾ ਵੀ ਤੂੰ ਲੈ ਬੇਬੇ ਤਾਂ ਬੇਬੇ ਕਹਿੰਦੀ ਚੱਲ ਅੱਧੀ ਦਿਹਾੜੀ ਦੇ ਦਿਆ ਕਰੋ ਮੈਨੂੰ ਅੱਧੀ ਦਿਹਾੜੀ ਦੇ ਪੈਸੇ ਇਕੱਠੇ ਕਰਕੇ ਬੇਬੇ ਕਹਿੰਦੀ 2 ਲੱਖ ਦੇ ਕਰੀਬ ਇਕੱਠੇ ਹੋ ਗਏ ਪੈਸੇ ਉੱਥੇ ਉਹ ਪੈਸੇ ਆਪਦੇ ਪੁੱਤਾਂ ਨੂੰ ਦਿੱਤੇ ਉਹਨਾਂ ਦੇ ਸਿਰ ਕਰਜ਼ਾ ਚੜ ਗਿਆ ਸੀ। ਦੇਖੋ ਇਹ ਆਓ ਮਾਂ ਪੰਜਾਬ ਦੀ ਇਹ ਆਓ ਪੰਜਾਬ ਕੌਰ ਜਿਹਨੇ ਪੰਜਾਬ ਸਿਰਜਿਆ। ਆ ਜਾਓ ਕੀ ਆ ਜਾਓ ਭਾਈ ਜੀ ਹੁਣ ਗੱਲ ਕੀ ਆ ਮਤਲਬ ਹਾਂ 1 ਰੁਪਿਆ ਬਚ ਗਿਆ ਮੇਰਾ ਮੁੰਡਾ ਕਹਿੰਦਾ ਕਿ ਬੇਬੇ ਤੂੰ ਕੋਲੇ ਰੱਖ ਕੀ ਕਹਿੰਦਾ ਮੈਂ ਕਹਿੰਦਾ ਨਾ ਮਾਰੇ ਕੀ ਕਰਨਾ ਦੇ ਰੱਖ ਲੈ ਰੁਪਿਆ ਮੈਂ ਉਹਨੂੰ ਪਤਾ ਅੱਛਾ
1 ਰੁਪਈਆ ਵੀ ਤੂੰ ਉਹਨੂੰ ਦੇਤਾ ਫਿਰ ਆਪ ਮੈਂ ਤਾਂ ਡਿੱਗ ਪੈਂਦਾ ਕਿਹੜਾ ਸੁੱਕੀ ਕਹਿੰਦਾ ਹਾਂ ਮੇਰੇ ਕੋਲੇ ਕੀ ਕੇ ਕਹਿੰਦੀ ਡਿੱਗ ਪੈਂਦੀ ਆ ਓਹੋ ਮਾਂ ਤਾਂ ਹੀ ਤੇਰੇ ਕੋਲ ਪੁੱਤ ਨਹੀਂ ਰਹੇ ਤੈਨੂੰ ਪਿਆਰ ਕਰਦੀ ਤੂੰ ਪੁੱਤ ਵੀ ਢੱਕ ਪੇ ਤੇਰੀ ਜੇਬ ਚੋਂ ਨਿਕਲ ਕੇ ਸੁਖਾ ਰੋਂਦਾ ਮਾਂ ਸੁਖਾ ਨਹੀਂ ਵਿਆਹਿਆ ਨਿੱਕੀ ਜੀ ਬਹੂ ਆ ਦੇ ਅੱਛਾ ਉਹਦੇ ਬੱਚੇ ਹੈਗੇ ਆ ਉਹ ਤਾਂ ਡਰਦਾ ਸੀ ਨਿੱਕੀ ਦੇਖ ਕੇ ਆਈਆਂ ਉਹ ਜਾਨੇ ਐਨੀ ਸੋਹਣੀ ਆ ਤੂੰ ਕਾਲਾ ਕਾਲਾ ਕੱਲੀ ਆ ਜਾਏ ਬੱਚੇ ਬਹੁਤੇ ਹੀ ਕੁਛ ਦੇਖੀ ਉਹਦੇ ਹੀ ਕੁਝ ਦੇਣਗੇ ਤੇ ਉਹਦੇ ਬੱਚੇ ਹੈਗੇ ਆ ਤਾਂ ਵੀ ਬਹੁਤ ਕੁਛ ਤੈਨੂੰ ਵੀ ਫੇਰ ਤਾਂ ਕਿ ਆ ਗਿਆ ਛੱਡ ਹੋ ਗਈ ਕਦੀ ਰੋਟੀਆਂ ਰੋਜ਼ ਮੈਂ ਇੰਨੀਆਂ ਪਕਾਵਾਂ ਵੇ ਮਾਂ ਸੁੱਖੇ ਦੇ ਵੀ ਬੱਚੇ ਹੈਗੇ ਆ? ਕਹਿੰਦਾ ਉਹ ਨਹੀਂ ਕਢਾਇਆ ਤੂੰ ਪੁੱਤ ਉਹ ਨਹੀਂ ਲੱਟਣੀ ਤੇ ਮੋਦੀ ਦੀ ਜਿਹੜਾ ਮੁੰਡਾ ਹੀ ਬਾਹਰ ਗਿਆ ਲਾਡੀ ਅੱਛਾ ਉਹਦਾ ਮੁੰਡਾ ਹੀ ਲਾਡੀ ਤੇ ਚਮਕੌਰ ਦੇ ਉਹਦਾ ਕੀ ਨਾਮ ਚਮਕਾਰ ਤੇਰੇ ਮੁੰਡੇ ਦਾ ਨਾਮ ਕੀ ਆ ਦੱਸਿਆ ਕੀ ਕਹਿੰਦਾ ਨੌਕਰੀ ਤੇ ਦਾ ਲੱਗਿਆ ਹੋਇਆ ਵੇ ਸਾਨੂੰ ਨੌਕਰੀ ਤੇ ਲਾਤੇ ਨੇ ਅੱਛਾ ਮਾਂ ਨੇ ਆਪਦੇ ਪੁੱਤ ਪੋਤੇ ਡਿਪਟੀ ਲਾਤੇ ਐਸਐਸਪੀ ਲਾਤੇ ਜੱਜ ਲਾਤੇ ਆਈ ਜੀ ਤੂੰ ਸਾਰੇ ਨੌਕਰੀ ਤੇ ਕਿਹਨੇ ਲਵਾਇਆ ਮਾਂ ਦੇਖਾ ਇਹ ਮਾਂ ਦੀਆਂ ਅੰਦਰਾਂ ਸੜਕ ਤੇ ਪਈ ਦੀਆਂ ਮਾਂ ਦੀਆਂ ਅੰਦਰਾਂ ਵੀ ਪੁੱਤ ਪੋਤਿਆਂ ਨੂੰ ਡਿਪਟੀ ਬਣਾਈ ਜਾਂਦੀਆਂ ਜੱਜ ਬਣਾਈ ਜਾਂਦੀਆਂ ਮਾਂ ਤਾਂ ਨੂੰ ਮੂੰਹ ਕਰਕੇ ਆਪਦੇ ਪੁੱਤ ਪੋਤਿਆਂ ਨਾਲ ਗੱਲ ਕਰ ਲੈਂਦੀ ਆ ਚਮਕੌਰ ਕੀ ਆ ਤੇਰੇ ਪੋਤੇ ਦਾ ਨਾਮ ਪੁੱਤ ਦਾ ਕੀ ਨਾਮ ਆ ਤੇ ਚਮਕੌਰ ਮੂਹਰੇ ਕਹਿੰਦਾ ਬੇਬੇ ਉਹਦਾ ਨੌਕਰੀ ਤੇ ਗਿਆ ਹੋਇਆ ਵਾ ਤੇ ਬੇਬੇ ਕਹਿੰਦੀ ਨੌਕਰੀ ਤੇ ਵੀ ਮੈਂ ਹੀ ਲਵਾਏ ਆ ਇਹ ਆ ਪੰਜਾਬ ਦੀ ਮਾਂ ਜਿਹੜੀ ਸੜਕ ਤੇ ਸੌਂਦੀ ਅੱਜ ਤੇ ਫਿਰ ਵੀ ਆਪਦੇ ਪੁੱਤ ਪੋਤਿਆਂ ਨੂੰ ਸੀਸਾਂ ਦਿੰਦੀ ਆ ਤੇ ਫਿਰ ਵੀ ਇਹ ਆਪਦੀ ਜਿਹੜੀ ਜਮਾ ਪੂੰਜੀ ਹੈ ਨਾ ਜਿਹੜੀ ਮਿਹਨਤ ਕਰਕੇ ਇਹਨੇ ਲੰਗਰ 'ਚ ਪ੍ਰਸ਼ਾਦਿਆਂ ਦੀ ਸੇਵਾ ਕਰਕੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਸ਼ਹੀਦੀ ਜੋੜ ਮੇਲਾ ਲੱਗਦਾ ਜਿੱਥੇ ਸਾਡੇ ਛੋਟੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ ਉਸ ਜਗ੍ਹਾ ਤੇ ਮਾਂ ਨੇ 2 ਲੱਖ ਰੁਪਏ ਕਮਾ ਕੇ ਆਪਦੇ ਪੁੱਤਾਂ ਨੂੰ ਪੋਤਿਆਂ ਨੂੰ ਦੇਤਾ ਵੀ ਬਹੁਤ ਕਰਜ਼ਾ ਲਾ ਅੱਛਾ ਆ ਜਿਹੜੀ ਮੇਰੀ ਕਮਾਈ ਹੈ ਮੈਨੂੰ ਨਾ ਕਿ ਜਾਂਦੀ ਵੇ ਥੋੜੇ ਬਹੁਤੇ ਮਦਦ ਦਿੱਤੇ ਨੇ ਮੈਂ ਕਿਹਾ ਅੱਛੀ ਹੀ ਲੱਗੇ ਇੱਥੇ ਜਗ੍ਹਾ ਅੱਛਾ ਗੁਰਦੁਆਰਾ ਸਾਹਿਬ ਵਾਲਿਆਂ ਨੂੰ ਦਿੱਤੇ ਬਾਕੀ ਆ ਪੈਸੇ? ਪਤਾ ਅੱਛੀ ਲੱਗੇ ਪੁੱਛੇ ਦਾ ਜਿਹੜੇ ਬਾਕੀ ਤੈਨੂੰ ਥੋੜੇ ਬਹੁਤ ਦਿੱਤੇ ਉਹ ਫਿਰ ਤੂੰ ਕਿੱਥੇ ਰਹਿੰਦਾ ਘਰੇ ਉਹ ਬੱਚੇ ਨੇ ਖਾਤੇ ਲੈਣੇ ਨਹੀਂ ਤੂੰ ਤਾਂ ਕਹਿੰਦੀ ਮੈਂ ਮੁੰਡਿਆਂ ਨੂੰ ਦੇ ਤੇ ਕਰਜ਼ਾ ਲਾ ਉਹ ਬਦਲਾੜੀਆਂ ਲਾਉਂਦੀ ਅੱਗੇ ਲਾਉਂਦੇ ਤੇ ਮਾਏ ਕੱਲੀ ਨੀਤੀ ਲਾਉਂਦੀ ਸਾਰੇ ਲੋਕੀ ਕਹਿੰਦੇ ਕੋ ਹੁੰਦੇ ਘਰਾਂ ਦੀਆਂ ਬੁੜੀਆਂ ਜਾਂਦੀ ਠੀਕ ਹੈ ਮਾਂ ਤੇਰੇ ਜ਼ਮੀਨ ਜਾਇਦਾਦ ਸੀਗੀ ਤੁਹਾਡੇ ਕੋਲੇ ਕਿੰਨੀ ਜ਼ਮੀਨ ਸੀਗੀ ਸੀਗੀ ਲੈਣੇ ਕਾਨੀ ਚੱਲਦਾ ਬਾਪੂ ਜੀ ਦਾ ਕੀ ਨਾਮ ਗੋਤ ਕੀ ਹੈ ਮਾਂ ਤੁਹਾਡਾ ਗੋਤ ਉਹਦਾ ਮੁੰਡੂ ਸੀ ਦਾ ਨਾਮ ਲੈਂਦੀ ਜਾਂ ਰਹਿਣ ਦੇ ਨਾਂ ਲੈਣ ਨੂੰ ਗੋਤ ਕੀ ਆ ਗੋਤ ਕੀ ਹੈ ਮਾਂ ਹਾਂ ਹਾਂ ਡਾਕਟਰ ਦੀ ਸੇਵਾ ਸ਼ਨਾ ਛਪਨੇ ਭਾਂਜੋ ਸਲਾਮ ਕੌਣ ਸੋਰੇ ਤੇ ਬੇਕਿਆ ਦਾ ਗੋਤ ਕੀ ਹੈ ਮਾਂ ਦਿਓਲ ਦਿਓਲਾਂ ਦੀ ਕੁੜੀ ਹੈ ਬੇਬੇ ਤੇ ਸੰਨੀ ਦਿਓਲ ਦੀ ਦਾਦੀ ਪਈ ਇੱਥੇ ਸੋਚਣ ਵਾਲੀ ਗੱਲ ਆ ਐਡੇ ਵੱਡੇ ਘਰਾਣੇ ਦੀ ਧੀ ਐਡੇ ਵੱਡੇ ਵਧੀਆ ਪਰਿਵਾਰ ਦੀ ਨੂੰਹ ਅੱਜ ਸੜਕ ਤੇ ਸੌਂਦੀ ਆ ਸਰਾਂਗ ਦਾ ਮਾਂ ਕਹਿੰਦੀ ਸੱਪ ਆ ਤੇ ਮਾਂ ਕਹਿੰਦੀ ਮੇਰੇ ਪੇਕਿਆਂ ਦਾ ਗੋਤ ਦਿਓਲ ਆ ਬਸ ਦੁੱਖ ਦੀ ਗੱਲ ਇਹ ਆ ਵੀ ਸਾਨੂੰ ਇਹ ਮਾਂ ਦਿਖਦੀ ਨਹੀਂ 1 ਸਾਲ ਤੋਂ ਗੁਰਦੁਆਰਾ ਸਾਹਿਬ ਦੇ ਬਾਹਰ ਸੜਕ ਤੇ ਸੌਂਦੀ ਆ ਮਾਂ ਪਹਿਲਾਂ 2-3 ਮਹੀਨੇ ਗੁਰੂ ਘਰ 'ਚ ਰਹੀ ਪਰ ਮਾਤਾ ਦੀ ਆਦਤ ਥੋੜੀ ਜਿਹੀ ਬੈੜੀ ਆ ਹੁਣ ਪੰਜਾਬ ਦੀ ਬੁੜੀ ਹੋਵੇ ਤੇ ਬੈੜੀ ਨਾ ਹੋਵੇ ਪੰਜਾਬ ਦੀ ਮਾਂ ਹੋਵੇ ਜਿਹਨੇ ਕਪਾਹਾਂ ਨਰਮੇ ਚੁਗੇ ਹੋਵੇ ਤੇ ਉਹ ਬੈੜੀ ਨਾ ਹੋਵੇ ਤੇ ਕਹਿੰਦੇ ਸੰਗਤ ਨੂੰ ਗਾਲਾਂ ਕੱਢਦੀ ਆ ਬੇਬੇ ਤੇ ਉਹਨਾਂ ਨੇ ਕੱਢ ਕੇ ਬਾਹਰ ਮਾਰੀ ਆ ਬੇਬੇ ਹੁਣ ਸੜਕ ਤੇ ਪਈ ਸੰਗਤ ਨੂੰ ਗਾਲਾਂ ਨਹੀਂ ਕੱਢਦੀ ਹੁਣ ਗੁਰਦੁਆਰੇ ਦੀ ਬੇਇੱਜ਼ਤੀ ਨਹੀਂ ਹੁੰਦੀ ਕੋਈ ਨਹੀਂ ਪੈਣਾ ਦਿੰਦਾ ਨਹੀਂ ਬਾਈ ਜੀ 1 ਮਿੰਟ ਮੈਂ ਤੁਹਾਨੂੰ ਇੱਕ ਗੱਲ ਕਰਦਾ 1 ਮਿੰਟ ਬਾਈ ਜੀ ਭੁੱਖਾ ਤਾਂ ਰੱਜ ਜਾਂਦਾ ਭੁੱਖੋ ਨਹੀਂ ਜਾਂਦਾ ਕਿਸੇ ਨੇ ਵੀ ਨਹੀਂ ਪਾਈ ਭੁੱਖਾ ਬੰਦਾ ਰੱਜ ਜਾਂਦਾ ਭੁੱਖ ਨਹੀਂ ਜਾਂਦਾ ਤੈਨੂੰ ਮਾਂ ਅੰਦਰ ਨਹੀਂ ਪਾਉਣ ਦਿੰਦੇ ਕਹਿੰਦੇ ਬੋਤੂ ਨਹੀਂ ਅੱਛਾ ਕਿਹਦੇ ਕੌਣ ਕਹਿੰਦਾ ਉਹ ਜਿਹੜਾ ਨਹੀਂ ਗਾ ਅੱਛਾ ਨਹੀਂ ਅੰਦਰ ਨਹੀਂ ਪੈਣਾ ਭਾਈ ਆ ਦੇਖ ਆ ਥਾਂ ਤੇ ਰੋਟੀ ਖਾ ਚਾਹ ਪੀ
ਅੰਦਰ ਨਹੀਂ ਵੜਨ ਦੇਣਾ। ਅੰਦਰ ਪਹਿਲੇ ਨਹੀਂ ਜਾਣਾ। ਤੇ ਲੈਟਰਿਨ ਬਾਥਰੂਮ ਕਿੱਥੇ ਜਾਂਦੀ ਹੈ ਮਾਂ? ਅੱਖ ਵੀ ਧੋਣੀਆਂ, ਮੂੰਹ ਵੀ ਧੋਣੀਆਂ, ਹੁੰਦੇ ਵੀ ਧੋਣੀਆਂ, ਅੰਦਰ ਹੀ। ਕੁਝ ਨਹੀਂ ਪੈਣ ਨਹੀਂ ਦਿੰਦੇ। ਰੋਟੀ ਵੀ ਖਾਣੀ ਆ, ਚਾਹ ਵੀ ਪੀਣੀ ਆ। ਉਹ ਕਹਿੰਦੇ ਨੇ ਇੱਥੇ ਖਾਣੇ ਆ, ਇੱਥੇ ਕਰ। ਮੈਂ ਕਹਿੰਦੀ ਨਾ ਮੇਰੇ ਲੀੜੇ ਪੈਣ ਭਾਈ ਤੇ ਚਾਹ ਦੇ ਇਹ ਬਾਬਾ ਜੀ ਹੁਣ ਚਾਹ ਲੈ ਕੇ ਆਏ ਨੇ, ਕਿੱਥੋਂ ਲਿਆਏ ਸੀ ਬਾਬਾ ਜੀ? ਲੰਗਰ ਹਾਲ ਚੋਂ। ਹਾਂ ਉੱਥੇ ਖਾਣੀ। ਤੁਸੀਂ ਅੰਦਰ ਹੀ ਸੇਵਾ ਕਰਦੇ ਹੋ? ਕਿੰਨੇ ਕੁ ਸਾਲਾਂ ਤੋਂ ਸੇਵਾ ਕਰਦੇ ਤੁਸੀਂ? ਸਾਨੂੰ 25 ਸਾਲ ਹੋ ਗਏ। ਵੈਸੇ ਤੁਸੀਂ ਬਿਹਾਰ ਤੋਂ? ਨਾ ਨਾ ਹਾਂ, ਉੱਥੇ ਪੜਿਆ। ਪਟਿਆਲੇ ਦੇ। ਕੋਈ ਜਿਵੇਂ ਤੁਸੀਂ ਪਟਨਾ ਸਾਹਿਬ ਸੇਵਾ ਕੀਤੀ, ਜਿਵੇਂ ਹਿੰਦੀ ਜੀ ਬੋਲਦੇ ਥੋੜੀ ਜੀ। ਖਾਣ-ਪੀਣ ਨੂੰ ਕੋਈ ਟੋਟ ਨਹੀਂ। ਜ਼ਿਆਦਾ ਟਾਈਮ ਪਟਨਾ ਸਾਹਿਬ ਦੇ ਸਿੰਘ ਇਦਾਂ ਬੋਲਦੇ ਆ ਨਾ। ਆਈ ਸੇਵਾ ਆ ਮੁੰਡਾ ਮੈਨੂੰ ਚਾਹ ਲਿਆ ਦਿੰਦਾ। ਇਹ ਨਹੀਂ ਬੇਬੇ ਸਾਨੂੰ ਦੱਸਿਆ, ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਸਾਡੀ ਨਾਨੀ ਉੱਥੇ ਪਈ ਆ। ਨਹੀਂ ਨਾ ਬੁਲਾਇਆ, ਇਹ ਨਹੀਂ ਬੁਲਾਇਆ ਸਾਨੂੰ। ਨਹੀਂ ਮੇਰੀ ਭੂਆ ਰੋਜ਼ ਮੀਂਹ ਚ ਪਈ ਰਹਿੰਦੀ ਆ। ਮੇਰਾ ਕਿਹੜਾ ਮੰਨਦੇ ਮੀਂਹ ਪੈਂਦਾ ਸੀ ਜਦੋਂ ਕਣੀਆਂ ਪੈਂਦੀਆਂ ਸੀ, ਤੇਰੇ ਉੱਤੇ ਗਿੱਲੀ ਨਹੀਂ ਹੋ ਗਈ ਬਾਹਰ ਪਈ? ਆਓ ਲੀੜਾ ਤਾਰ ਉਦੋਂ ਚੱਕ ਕੇ ਲਿਆਏ ਹੋਏ। ਸਮਾਨ ਲੈ। ਫਿਰ ਇੱਥੇ ਚੱਕ ਕੇ ਲਿਆਈ ਤੈਨੂੰ ਇਹ। ਫਿਰ ਇਹਨੇ ਬਾਈ ਨੇ ਮੈਨੂੰ ਫੋਨ ਕੀਤਾ, ਕਹਿੰਦਾ ਬਾਈ ਭੂਆ ਬਹੁਤ ਔਖੀ ਆ। ਉਹਨਾਂ ਇੱਥੇ ਆ ਕਰਕੇ ਬੜੀ ਹਾਂ ਕਹਿੰਦੇ ਕਿ ਕੰਮ ਠੀਕ ਆ ਮਾਂ, ਤੇਰੀ ਗੱਲ ਤਾਂ ਸਹੀ ਆ ਮਾਂ। ਤੇਰੇ ਕੋਲ ਤੇਰਾ ਵੋਟਰ ਕਾਰਡ ਹੈਗਾ, ਆਧਾਰ ਕਾਰਡ? ਮੇਰਾ ਤਾਂ ਵੋਟਰ ਕਾਰਡ ਪਈ ਸਾਡੇ ਘਰ ਦਾ ਠੀਕ ਆ। ਸਰਾਂ ਸਾਹਿਬ ਨੂੰ ਪਤਾ? ਸਰਾਂ ਸਾਹਿਬ ਨੂੰ ਫਿਰ ਪਈ ਕਿਹਨੂੰ ਪੁੱਛਣਾ? ਚੱਲ ਸਰਪੰਚ ਨੂੰ ਪੁੱਛ। ਕਿਹੜੇ ਨੂੰ ਬੇਬੇ? ਆਪਣੇ ਉੱਚੇ ਫਰਵਾਹੀ ਵਾਲੇ ਨੂੰ ਕਿ ਬਰਵਾਈ ਵਾਲੇ ਨੂੰ ਕੀ ਲੋੜ ਆ? ਬੁਲਾਏ ਸੀਗੇ, ਇੱਥੇ ਆਏ ਸੀਗੇ, ਇਹਦੇ ਘਰ ਦੇ ਗੁਰੂ ਘਰ ਆਏ ਸੀਗੇ, ਬੁਲਾਏ ਸੀਗੇ। ਹਾਂ, ਕੌਣ ਆਇਆ ਸੀ? ਪਿੰਡੋਂ ਸਰਪੰਚ ਵੀ ਆਏ ਸੀਗੇ, ਇਹਨਾਂ ਨੇ ਫੋਨ ਕਰਿਆ ਸੀ ਤੁਸੀਂ ਮਾਤਾ ਨੂੰ ਲੈ ਜਾਓ, ਪਰ ਉਹ ਵੀ ਜਵਾਬ ਦੇ ਗਏ। ਕੋਈ ਸਰਪੰਚ ਨਹੀਂ ਆਇਆ, ਪ੍ਰਵਾਹੀ ਕੋਈ ਸੀਗੀ ਨਹੀਂ ਪਰਵਾਹੀ ਕਿੰਨੇ ਦੀ ਕੁੜੀ ਹੈ? ਤੁਸੀਂ ਕਿੰਨਾ ਦੇ ਹੋ? ਤੁਸੀਂ ਦੱਸੋ ਕਿੰਨਾ ਫਰਵਾਹੀ ਤੋਂ ਹੀ ਹੋ? ਵੀਰੇ ਮੇਰੀ ਨਾ ਬਣਾ, ਮੈਂ ਮੇਰੀ ਪਿੰਡ 'ਚ ਕੋਈ ਗੱਲਬਾਤ ਹੋ ਜਾਏ ਮੈਂ ਲੱਗਾ ਫਿਰ ਵੀ ਉਹ ਤਾਂ ਗੱਲ ਐਕਸ਼ਨ ਹੋ ਗਿਆ। ਫਿਰ ਐਕਸ਼ਨ ਹੋ ਗਿਆ। ਬੰਦ ਕਰ ਆਵੇ 2 ਮਿੰਟ ਦੀ ਮੇਰਾ ਪਿੰਡ 'ਚ ਪਾਣਾ ਬਾਈ ਬਾਹਰ ਹੁੰਦੇ ਮੈਂ ਕੀ ਕੁਝ ਕਰਦੇ ਨੇ ਮੇਰੇ ਨਾਲ ਕੋਈ ਸ਼ਰਮ ਨਹੀਂ ਆਉਂਦੀ ਨਾ ਬੋਲਤਾ ਬੇਬੇ ਬਾਈ ਨੂੰ ਰੋਕ ਲਓ, ਇੱਕ ਮਿੰਟ ਰੋਕ ਲਓ। ਇਹ ਕੀ ਕਹਿੰਦੀ ਹੈ ਬੇਬੇ ਜੀ? ਕਹਿੰਦੀ ਜਗਜੀਤ ਸਿੰਘ ਨੂੰ, ਜੁਝਾਰ ਸਿੰਘ ਨੂੰ, ਫਤਿਹ ਸਿੰਘ ਨੂੰ ਹੱਕਾ ਮਾਰਦੀ ਹੈ ਬੇਬੇ। ਮੇਰੀ ਫੋਟੋ ਕਿਉਂ ਲਾਉਂਦੇ ਨੇ? ਕੀ ਕਰਨਾ ਤੇਰਾ ਮੇਰਾ? ਕੋਈ ਨਾ ਬੇਬੇ, ਆਪਣੇ ਹੀ ਆ, ਆਪਣੇ ਆ। ਮੈਂ ਹੀ ਬੁਲਾਇਆ, ਮੈਂ ਹੀ ਬੁਲਾਇਆ। ਉਹ ਜੋਰਾ ਮਾਰ ਗੁਰੂ ਗੋਬਿੰਦ ਸਿੰਘ ਨਾਲ ਦੇ ਲੌਲਾਰੀ ਇਹਨਾਂ ਦੇ ਲੌਲਾਰੀ ਕੋਈ ਨਹੀਂ। ਲੌਲਾਰੀ ਇਹਨਾਂ ਦੇ ਲੌਲਾਰੀ ਇਹਨਾਂ ਦੇ ਲੌਲਾਰੀ ਇਹਨਾਂ ਦੇ ਲੌਲਾਰੀ ਇਹਨਾਂ ਦੇ ਸ਼ਾਲਿਆਂ ਦੇ ਇਹ ਫੋਟ ਮਾਲਾ ਮੇਰੇ ਪੰਜ ਚੋਦ ਦੁਖੀ ਆਤਮਾ, ਇਹ ਪੰਜਾਬ ਦੀ ਮਾਂ, ਇਹਦੀ ਆਤਮਾ ਤਪਦੀ ਆ। ਆਪਦੇ ਪੁੱਤਾਂ ਨੂੰ, ਆਪਦੇ ਪੋਤਿਆਂ ਨੂੰ ਤਾਂ ਸੀਸਾਂ ਵੀ ਦਿੰਦੀ ਆ, ਪੈਸੇ ਵੀ ਦਿੰਦੀ ਆ, ਪਰ ਆਪਦਿਆਂ ਨੂੰ ਸਮਝਦੀ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਾਕਾ ਮਾਰ ਕੇ ਕਹਿੰਦੀ ਆ, ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਹਾਕਾ ਮਾਰ ਕੇ ਕਹਿੰਦੀ ਆ ਮਾਂ ਵੀ ਮੈਨੂੰ ਆ ਕੇ ਬਚਾਓ, ਮੇਰੀਆਂ ਫੋਟੋਆਂ ਖਿੱਚਦੇ ਆ। ਚੱਲ ਮਾਂ ਛੱਡ, ਹੁਣ ਇਹਨਾਂ ਕੋਲ ਗੁੱਸਾ ਨਹੀਂ ਕਰਨਾ। ਤੇ ਤੇਰਾ ਬੀਪੀ ਵੀ ਠੀਕ ਰਹਿੰਦਾ, ਬਲੱਡ ਪ੍ਰੈਸ਼ਰ ਤਾਂ ਨੀ ਤੈਨੂੰ? ਦਵਾਈ ਤੁਸੀਂ ਲੈਂਦੀ ਹੁੰਦੀ ਆ? ਜਿਵੇਂ ਤਦੋਂ ਤੁਰ ਘੱਟ ਹੁੰਦਾ ਵਾ, ਤਾਂ ਕਿ ਤੁਹਾਨੂੰ ਦਵਾਈ ਦਵਾ ਦਈਏ ਤੈਨੂੰ। ਤੇ ਬਦਾਮ ਬਦੂਮ ਕਾਜੂ ਥੋੜੇ ਬਹੁਤੇ ਲੈ ਦਈਏ ਤੈਨੂੰ। ਬੈਠੀ ਬੈਠੀ ਕਾਜੂ ਬਦਾਮ ਚੱਪੀ ਜਾਇਆ ਕਰ। ਦੰਦ ਦਿਖਾਈ ਹੈ ਨਹੀਂ ਕੋਈ ਵੀ ਉਹਦੇ? ਦਿਖਾਈ ਖਰਾਬ ਹੋਏ ਬੇਟੇ ਜੇ ਲਵਾ ਦਈਏ ਦੰਦ? ਬਣੇ ਵੇ ਹੈਗੇ ਨੇ ਆਹੋ ਲੱਗੀ ਤੀ ਜਿਹੜੀ ਥੱਲੇ ਕਾਲੇ ਹੁੰਦੇ ਤੇ ਹਾਂ। ਉਹਨੇ ਹੋ ਗਏ ਤੇ ਠੀਕ ਵਿੱਚ ਪਾਣੇ ਲੱਗ ਫਿਰ ਤੂੰ ਕੱਢ ਤੇ। ਆਹ ਇਧਰਲੀ ਅੱਖ 'ਚ ਵੀ ਕੁਝ ਹੋਇਆ ਪਿਆ, ਤੇਰੀ ਨਿਗਾਹ ਨਹੀਂ ਘੱਟ ਥੋੜੀ ਜਿਹੀ? ਆ ਕੋਈ ਜਾ ਹਾਂ, ਕੀ ਹੋਇਆ ਇਹ? ਨਾ ਮਰਨਾ ਮਾਂ, ਮਰਨਾ ਇਹ ਛੱਡ ਬੱਚੀ ਸੱਟ ਲੱਗੀ ਸੀ। ਕਿਵੇਂ ਤਾਂ ਕਿੱਸੀ ਸੀ? ਆ ਦੇ ਨੋ ਮਿੰਟ ਉਹ ਨਿਗਾਹ ਠੀਕ ਹੈ ਦੋਨਾਂ ਅੱਖਾਂ ਦੀ? ਜੇ ਸੱਟ ਲੱਗੇ ਵੇ ਸਾਡੇ ਅੱਛਾ। ਨਿਗਾਹ ਨਹੀਂ ਆ ਤੇ ਮਾਂ ਜੇ ਇਹਦਾ ਅੱਖ ਦਾ ਆਪਰੇਸ਼ਨ ਕਰਾ ਦਈਏ, ਉਹ ਲੈਂਜ ਜਿਹਾ ਪਵਾ ਦਈਏ। ਸਬਰ ਬਹੁਤ ਹੈ ਇਹਦੇ ਚ, ਬਹੁਤ ਸਬਰ।
ਇੱਕ ਪ੍ਰਸ਼ਾਦਾ ਹੀ ਖਾਣਾ, ਇੱਕ ਹੀ ਉਹਦੀ ਜੋਤ ਆ ਚਾਹ ਇੱਕ ਵਾਰ ਪੀ ਲਈ, ਦੂਜੀ ਵਾਰ ਪੀਣੀ ਚਾਹ ਪੀਂਦੀ ਨਹੀਂ ਦੁਬਾਰਾ। ਅੱਛਾ ਉਹਦੀ ਦਿੱਤੀ ਹੋਈ ਜੋਤ ਆ। ਉਹ ਇੰਨੇ ਚਲੋ ਭਾਈ ਤੁਸੀਂ ਕੰਮ ਕਰੋ ਭਾਈ। ਕੋਈ ਨਹੀਂ ਬੇਬੇ ਤੇਰੇ ਪੋਤੇ ਐ ਵੀ ਕੋਈ ਨਾ ਕਰ। ਮੇਰਾ ਲੱਗਿਆ ਜਾਓ ਜਾਓ। ਮਾਂ ਮੇਰੀ ਇੰਨੇ ਦਿਨਾਂ ਦੀ ਤੂੰ ਇੱਥੇ ਸੀ, ਕੋਈ ਨਹੀਂ ਆਇਆ ਦੇਖ ਲੈ। ਅੱਜ ਸਾਰੇ ਹੀ ਪੁੱਛਦੇ ਆ ਵੀ ਬੇਬੇ ਨੂੰ ਕੀ ਹੋ ਗਿਆ, ਬੇਬੇ ਨੂੰ ਨਹੀਂ ਮੇਰਾ ਫੋਨ ਆਇਆ ਸੀ ਮਾਂ। ਮੈਨੂੰ ਤਾਂ ਫੋਨ ਆਇਆ ਸੀ ਮਾਂ। ਇਹ ਤਾਂ ਬੇਬੇ ਮੁੰਡਿਆਂ ਦਾ ਵੀ ਸ਼ੌਂਕ ਹੈ। ਤੈਨੂੰ ਪਿਆਰ ਕਰਦੇ ਆ। ਤੁਹਾਡੇ ਟਾਈਮ ਸੀਗਾ ਫੋਨ ਬਾਹਰ ਕੋਈ ਨਹੀਂ। ਮਾਂ ਕਿੰਨੇ ਪਿਆਰ ਹੁੰਦੇ ਸੀ ਉਦੋਂ ਆਪਸ ਵਿੱਚ ਨਾ। ਜੇ ਮਾਂ ਇਹ ਤੋਂ 20 ਸਾਲ ਪਹਿਲਾਂ ਤੂੰ ਏਦਾਂ ਬੈਠੀ ਹੁੰਦੀ ਤਾਂ ਕਿੰਨੇ ਬੰਦਿਆਂ ਨੇ ਮਦਦ ਕਰਨੀ ਸੀ। ਤੁਹਾਡੇ ਪਿੰਡ ਦਾ ਅੱਛਾ ਜਿਹੜੇ ਪ੍ਰਵਾਹੀ ਤੋਂ ਸਾਰੇ ਪੁੱਤਾਂ ਮਾਂ ਉਹ ਤਾਂ ਪੁੱਤ ਚਾਹੇਗੇ ਨਾ ਬਚਾ ਜਨਮ ਆਏ ਗੋਰੀ ਦੇ ਜਾ ਜੋਈ ਨਾ ਅੱਲਾ ਆ ਲੈ ਜੁੱਤੀ ਆ ਲੈ। ਆ ਲੈ ਲੈ। ਜੁੱਤੀ ਲੈ ਕੇ ਭੱਜ ਜਾਣਾ ਇਹਨੇ, ਜੁੱਤੀ ਚੱਕ ਕੇ ਭੱਜ ਜਾਣਾ। ਮੈਨੂੰ ਦੇ ਦੇ। ਚੱਲ ਮੈਨੂੰ ਦੇ ਦੇ, ਮੈਨੂੰ ਦੇ ਦੇ। ਚੱਲ ਮਾਂ ਗੁੱਸਾ ਨਾ ਕਰ। ਜਾਨੀ ਕਿ ਇਸ ਮਾਂ ਦੀ- ਫੋਟੋ ਤਾਂ ਆਈ ਹੈ ਨਹੀਂ ਫੋਟੋ ਨਹੀਂ ਲੈਣਾ, ਫੋਟੋ ਨਹੀਂ। ਮਾਂ ਦੀ ਅਵਸਥਾ ਨੂੰ ਸਮਝੋ, ਇਸ ਮਾਂ ਦੀ ਤਕਲੀਫ ਨੂੰ ਸਮਝੋ। ਇਹ ਪੰਜਾਬ ਦੀ ਉਹ ਮਾਂ ਜਿਹਨੇ 3 ਪੁੱਤ ਜੰਮੇ, ਜਿਹਨੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾ ਦੋ ਧੀਆਂ ਨੇ ਆਪਦਾ ਪੁੱਤ ਇੱਕ ਮਰ ਗਈ ਅੱਛਾ 2 ਧੀਆਂ ਵੀ ਆ, 5 ਧੀ ਪੁੱਤ। ਇੱਕ ਮਰ ਗਈ ਉਹ ਨਾ ਜੱਪੇ ਆਏ ਅੱਛਾ ਕਿੱਡੀ ਛੋਟੀ ਨਹੀਂ ਸੀ। ਦੋ ਨਿਸ਼ਾਨੇ ਤੇ ਛੋੜੋ ਸਾਰੇ ਜਾਣੇ ਉਹ ਮਰ ਗਈ ਉਹ ਨਾ ਮਰ ਗਈ ਜਦੋਂ ਮੈਂ ਉਹਨੂੰ ਦੇਵਾਨਾ ਅੱਛਾ ਹਾਂ। ਗੋਦੀ ਚੋਂ ਛੱਡੇ ਨਾ। ਉਹ ਖਿੱਚ ਕੇ ਲੈ ਗਈ ਉਹਨਾਂ ਨੇ ਦੱਬੇ ਉਹ ਕਿਤੇ ਮਿੱਟੀ ਉੱਤੇ ਛੁੱਟੀ ਗਈ ਉਹਨੇ ਤਰ੍ਹਾਂ ਬੜੀ ਉਹਦਾ ਜਮੀ ਸ਼ੁਕਰ ਨਹੀਂ ਜੰਮਣ ਮੁੱਕੇ ਆ ਮਰ ਗਈ ਜੋ ਖਾ ਪੈ ਗਈ ਉਹ ਨਾ ਛੇਤੀ ਨੇ ਅੱਛਾ ਪਾਣੀ ਬਰਸੀ ਵੱਡੀ ਹੋ ਗਈ। ਇਹਨੂੰ ਕੀ ਪਤਾ ਸੀ ਆਰ ਕੀ ਉਹ ਨਾ ਉੱਥੇ ਡਾਕਟਰ ਦੇ ਗਈ ਉੱਥੇ ਡਾਕਟਰ ਕੀ ਨਾਂ ਸੀ ਉਹਦਾ? ਤੈਨੂੰ ਪਤਾ ਮੈਂ ਗੋਗਾ ਦਾ ਮੁੰਡਾ ਵਾ। ਜੋ ਗੱਲ ਅੱਛਾ ਕਿਉਂ ਤੈਨੂੰ ਕੀ ਪਤਾ? ਮੇਰੀ ਉਮਰ ਤੇ ਮੇਰੀ ਕੁੜੀ ਦੀ ਉਮਰ ਦਾ ਮੈਨੂੰ ਪਤਾ ਨਹੀਂ ਚੱਲ ਠੀਕ ਹੈ ਮਾਂ, ਫਿਰ ਸੁਣਾ ਪੂਰੀ ਗੱਲ। ਉਹ ਨਾ ਦੇਖੀ ਦੀ ਮਾਰ ਕੀ ਕਰਦੀ ਹੈ ਉਹ ਕਹਿੰਦੀ ਕਿ ਉਹ ਪੈਸੇ ਖਾਤੇ ਉਹ ਕਹਿੰਦੀ ਮੈਂ ਗਾਂਦਲ ਬਣ ਮੈਨੂੰ ਕੀ ਪਤਾ ਸੀ ਨਹੀਂ ਆ ਨਹੀਂ ਮੇਰੀ ਤਾਂ ਮਾਂ ਗਈ ਇਹਨੇ ਗਾਂਦਲ ਅੱਛਾ ਤੈਨੂੰ ਮਾਂ ਕਹਵੇ ਹੋ? ਇਹ ਮੇਰੀ ਮਾਂ ਜਦ ਮਾਂ ਨੂੰ ਧੀ ਨੇ ਪਛਾਣ ਹੀ ਲਿਆ ਕਰੋ। ਤੇ ਹੁਣ ਮਾਂ ਅਸੀਂ ਆ ਵੀ ਜਾਂਦੀ ਆ ਅੱਛਾ ਮਿਲ ਜਾਂਦੀ ਆ ਕੇ। ਮੇਰੀ ਜਾਂਦੀ ਮਾਂ ਹੁਣ ਮੇਰੀ ਇੱਕ ਗੱਲ ਸੁਣ ਧਿਆਨ ਨਾਲ ਵੀ ਜੇ ਆਹ ਜ਼ਿੰਦਗੀ ਤੈਨੂੰ ਚੰਗੀ ਲੱਗੀ ਸੜਕ ਤੇ ਜੇ ਤੂੰ ਘਰੇ ਰਵੇਂ ਇਹ ਜ਼ਿੰਦਗੀ ਨੂੰ ਮੈਂ ਹੋਰ ਨਾਮ ਬਚਿਆ ਗੁਰੂ ਦੀ ਜਗ੍ਹਾ ਆ ਦੇ ਗੁਰੂ ਦੀ ਜਗ੍ਹਾ। ਮੈਂ ਮਰ ਜਾਏਗਾ ਤੇ ਮੈਂ ਉਹ ਪੋਤਾ ਮੇਰਾ ਹੈ, ਕੋਈ ਨਹੀਂ ਕੋਈ ਨਹੀਂ। ਮੇਰੀ ਮਾਂ ਉਹ ਨਹੀਂ ਗੱਲ ਸੁਣ ਲੈ। ਟੁੱਟ ਜਾਣਾ ਸ਼ਮਾਰ ਗੋਲ ਪਰਦਾ ਉਹ ਰਹਿਣ ਦਿਓ ਉਹ ਮਾਂ ਇਹਨੂੰ ਦੇਖ ਤੇਰਾ ਪੋਤਾ ਬੈਠਾ ਮੇਰੇ ਵੱਲ, ਮੇਰੇ ਨਾਲ ਗੱਲ ਕਰ ਤੂੰ। ਆਹ ਲੈ ਜੁੱਤੀ ਲਾ 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 ਮਾਰ ਲੈ ਮੇਰੇ ਮਾਰ ਦੇ ਮੇਰੇ ਮਾਰ ਦੇ। ਬਸ ਗੁੱਸਾ ਨਹੀਂ ਕਰਨਾ, ਮੇਰੀ ਸੁਣ ਗੱਲ। ਤੈਨੂੰ ਪਿਆਰ ਕਰਦਾ। ਮਾਂ ਜਿਹੜੀ ਗੋਗਾ ਸੀ ਤੇਰੀ 1.5 ਸਾਲ ਦੀ ਸੀ ਜਦੋਂ ਮਰ ਗਈ ਸੀ। ਮਾਂ ਤੇਰਾ ਨਾਂ ਕੀ ਆ? ਲੈ ਬੇਬੇ ਐਂ ਕਾਹਤੋਂ ਕਰਦੀ ਆ? ਪੁੱਛ ਨਾ ਪਰਵਾਈ ਦਵਾਈ ਜਾ ਕੇ ਪੁੱਛ। ਕੋਈ ਨਾ ਮੈਨੂੰ ਉਹਨਾਂ ਨੂੰ ਪੁੱਛਣਾ ਕਿ ਤੂੰ ਨਹੀਂ ਦੱਸਣਾ। ਭਾਈ ਮੇਰੇ ਦੋ ਭਾਈ ਨੇ 6 ਭੈਣਾਂ ਸੀ 6 ਭੈਣਾਂ ਸੀ ਗਾਈਆਂ ਹੋਈਆਂ ਸਾਰੀਆਂ ਹੀ? ਹਾਂ ਇੱਕ ਇੱਥੇ ਮਨਾ ਦੇ ਉਹ ਤੇ ਕਿਤੇ ਦੇ ਰਹਿੰਦੀ ਹੈ ਬਰਨਾਲੇ ਵੀ ਵਿਆਹੀ ਇੱਕ ਆਈ ਨਹੀਂ ਕਦੇ ਮਿਲਣ ਪੁੱਛਣ? ਉਹਦੇ ਤਾਂ ਦੀਆਂ ਪੁੱਤ ਮੇਰੇ ਆਲ ਦੇ ਨੇ ਥੋੜੀ ਛੁੱਟੀ ਨੇ ਅੱਛਾ ਤੇ ਤੋਂ ਏਡੀ ਵੱਡੀ ਸੀ ਉਹ? ਮੇਰੇ ਤੋਂ ਦੇ ਦੋ ਬੈਠੇ ਬੇਬੇ ਤੂੰ ਸਾਰਿਆਂ ਤੋਂ ਛੋਟੀ ਸੀ ਕਿ ਵੱਡੀ ਸੀ? ਪਹਿਲੇ
ਪਹਿਲੇ ਵਿਆਹਦੀਆਂ ਨੇ ਉਹ ਦੋ ਉਹ ਸਾਡਾ ਫਰਕ ਨਹੀਂ ਨਾ ਪੈਣਾ ਪਿਆਰ ਉਹਨੇ ਹੀ ਕਰਦੀਆਂ ਅਸੀਂ ਵਾਲੇ ਨੇ ਉਹਦੇ ਜਾ ਸੀਤੋ ਦੀ ਜਿਹੜੀ ਸੀਤੋ ਦੀ ਭੈਣ ਸੀਗੀ ਹਾਂ ਉਹ ਤਾਂ ਧਨੌਲੇ ਵਿੱਚ ਜਿਹੜੀ ਧਨੌਲੇ ਵਾਲੀ ਦੀ ਭੈਣ ਸੀ ਜਿਹੜੀ ਇੱਥੇ ਬੈਠੀ ਉਹਦਾ ਕੀ ਨਾਂ ਤੇਰਾ ਨਾਂ ਕੀ ਹੈ ਮਾਂ ਦੱਸ ਦੇ ਮੇਰੀ ਮਾਂ ਨਹੀਂ ਆਪਦੇ ਪੁੱਤ ਨੂੰ ਆਪਦਾ ਨਾਮ ਹੀ ਦੱਸੇ ਨਹੀਂ ਆਉਂਦਾ ਤਾਂ ਮਾਂ ਇਹ ਜਾ ਪਰੇ ਨਾਂ ਦੱਸ ਦੇ ਇਹ ਗੱਲ ਝੂਠ ਹੈ ਬੇਬੇ ਨਹੀਂ ਮੇਰੀ ਮਾਂ ਦੀ ਛੇਤੀ ਵੀ ਨਹੀਂ ਉਹ ਮਾਂ ਕਹਿੰਦੀ ਮੈਂ ਕਿਸੇ ਦੀ ਵੀ ਨਹੀਂ ਨੀਤੀ ਛਤਰੀ ਵਾਲੇ ਸੀਗਾ ਮੈਂ ਉਹਨਾਂ ਦੀ ਪੁੱਤਾਂ ਦੀ ਮਾੜੀ ਗੱਲ ਨਹੀਂ ਆ ਦੇਖ ਨੀਤੀ ਛਤਰੀ ਵਾਲੀ ਤਾਂ ਕੱਢੀਆਂ ਨਹੀਂ ਸਾਡੇ ਨਾਲ ਨਹੀਂ ਕੁਛ ਆ ਦੇਖ ਤੇਰੀ ਧੀ ਹੋਰ ਆ ਗਈ ਆ ਦੇਖ ਆਂਟੀ ਦੇਖਣਾ ਇਹ ਧੀ ਨਹੀਂ ਆ ਦੇਖ ਤੂੰ ਧਿਆਨ ਨਾਲ ਉਹਨਾਂ ਦੀ ਰਿਸ਼ਤੇਦਾਰ ਨੂੰ ਵੀ ਸ਼ਾਇਦ ਗਾਂ ਦੀ ਗਾਂ ਕੋਈ ਚੱਲ ਯਾਰ ਬੇਬੇ ਜਾਓ ਨਾ ਮੇਰੀ ਮਾਂ ਮੈਂ ਨਾਮ ਨਹੀਂ ਦੱਸਣਾ ਤੁਮਾ ਕੋਈ ਇਧਰ ਮੈਂ ਮੇਰੇ ਸਾਰਾ ਪਤਾ ਜਿੱਤੀ ਮੈਂ ਆਈ ਚੱਲ ਬੇਬੇ ਮੈਨੂੰ ਦੱਸ ਜੱਜ ਮੈਂ ਅੱਛਾ ਮੈਨੂੰ ਕੀ ਪੁੱਛਣਾ ਮਾਂ ਮੈਂ ਤਾਂ ਤੇਰੇ ਤੋਂ ਮਦਦ ਲੈਣਾ ਹੈ ਮੈਨੂੰ ਤਾਂ ਦੱਸ ਦੇ ਮੈਂ ਤਾਂ ਪੁੱਤ ਬਣਾਇਆ ਤੈਨੂੰ ਉਹਨੂੰ ਵੀ ਖਿੱਚਾਂਗੇ ਗਵਰਨਮੈਂਟ ਨੂੰ ਵੀ ਆਪਾਂ ਬੇਬੇ ਦੱਸ ਦੇ ਕੋਈ ਚਾਹ ਪਿਆ ਆਉਣਾ ਨਾ ਨਾ ਤੇ ਸਾਡੇ ਚਾਹੀ ਗੁਰਦਾਰੇ ਜਿੱਥੇ ਉੱਪਰੇ ਕੋ ਪਾਜੇ ਕੁਰਤਾ ਬਣ ਗਿਆ ਚੱਲ ਕੋਈ ਨਾ ਮੈਂ ਹੈਗਾ ਧਿਆਨ ਵਾਲਾ ਜਾਣਾ ਕਹਿੰਦਾ ਚਾਹ ਕੋਈ ਨਹੀਂ ਫਿਰ ਅੱਗੇ ਕਦੇ ਪੁੱਛੀ ਨਹੀਂ ਅੱਜ ਬੇਬੇ ਨੂੰ ਸਾਰੇ ਹੀ ਚਾਹ ਮੈਂ ਤਾਂ ਪੁੱਛਦੇ ਰੋਜ਼ ਆ ਪਿਆਉਣਾ ਜੀ ਇਹ ਗੱਲ ਮੈਂ ਤਾਂ ਰੋਜ਼ ਪਿਆਉਣਾ ਸਾਡੇ ਜੀ ਰੋਜ਼ ਦੀ ਕਿਉਂ ਬੇਬੇ ਤੂੰ ਰੋਜ਼ ਚਾਹ ਪੀਂਦੀ ਇਹਨੂੰ ਗਾਲਾਂ ਕੱਢੀ ਜਾਂਦੀਆਂ ਹੁਣ ਮੈਨੂੰ ਗਾਲਾਂ ਕੱਢੀ ਜਾਂਦੇ ਉੱਥੇ ਸਾਹਮਣੇ ਪੀ ਕੇ ਨਹੀਂ ਆਉਂਦੀ ਜਿੱਥੇ ਮੈਂ ਨਾੜ ਖਾ ਕੇ ਆਉਂਦੀ ਹਾਂ ਅੱਜ ਨਾਲ ਖਾਣ ਤੂੰ ਤਾਂ ਅੱਛਾ ਸਰਵਾਈ ਦਾ ਤੂੰ ਹੋਰ ਤੂੰ ਗੋਲਡ ਛਾਪੇ ਦੀ ਆ ਕਹਿੰਦੀ ਮਰਜ਼ੀ ਆ ਬ੍ਰੇਕ ਦੇ ਜਾਣਿਆ ਸਰਵਾਈ ਦੀ ਨਾ ਉੱਠ ਜਾਣਿਓ ਮਾਂ ਹੁਣ ਮੇਰੀ ਇੱਕ ਗੱਲ ਸੁਣ ਲੈ ਧਿਆਨ ਨਾਲ ਦੇਖ ਅਸੀਂ ਤੇਰੀ ਮਦਦ ਕਰਨਾ ਤਾਂ ਕੀ ਚਾਹੀਦਾ ਤੈਨੂੰ ਪੈਸੇ ਚਾਹੀਦੇ ਆ ਕੱਪੜੇ ਵਸਤਰੇ ਚਾਹੀਦੇ ਆ ਦਵਾਈ ਚਾਹੀਦੀ ਆ ਕੀ ਕਮਰਾ ਪਾ ਦਈਏ ਤੈਨੂੰ ਇਹ ਭਗਤ ਸਿੰਘ ਦੀ ਜਿਹੜੀ ਬੁੱਤ ਲੱਗੇ ਉਹਦੇ ਉੱਪਰ ਛੱਤ ਪਾ ਕੇ ਤੈਨੂੰ ਕਮਰਾ ਬਣਾ ਕੇ ਦੇ ਦਈਏ ਗੱਲ ਕਾਈ ਕੀ ਅੱਗੇ ਅੱਛਾ ਇਹਨੂੰ ਕਿਹਾ ਤਾਂ ਸੀ ਫੇਰ ਆਇਆ ਗੱਲ ਸੁਣ ਇਹ ਤਾਂ ਮਾਰੇ ਨਾ ਕਿ ਪਈ ਜਾਂਦੇ ਨਹੀਂ ਹਾਂ ਜਮਾਨਾ ਪੈ ਕੁੜੀ ਮੰਨੀ ਕੱਲੀ ਪਈ ਜ਼ਮਾਨਾ ਬਹੁਤ ਮਾੜਾ ਫੇਰ ਕੀ ਬਣੂਗਾ ਦਾ ਕੱਲੇ ਭਗਤ ਸਿੰਘ ਨੂੰ ਖਤਰਾ ਬੇਬੇ ਤੂੰ ਪਈਆਂ ਤਾਂ ਉਦੋਂ ਵੀ ਖਤਰਾ ਲੋਕ ਉਹਨਾਂ ਦੇ ਬੁੱਤ ਤੋੜੀ ਜਾਂਦੇ ਆ ਹਾਰ ਛੜਾਉਂਦੀ ਹੈ ਖਾਲੀ ਹਾਲ ਅੱਛਾ ਬੇਬੇ ਹਾਰ ਜਿਹੜਾ ਆ ਇੱਥੇ ਪਿਆ ਭਗਤ ਸਿੰਘ ਨੇ ਚੜਾਉਣੀ ਆ ਤੂੰ ਉਹ? ਕੱਲ ਫੋਟੇ ਚੜਾਏ ਅੱਜ ਜਿਹੜੇ ਉੱਤੇ ਫੁੱਲ ਪਏ ਆ ਤੂੰ ਚੜਾ ਕੇ ਆਈ ਆ ਨਾ ਸਾਰੇ ਮੈਨੀ ਹੋਰ ਵੀ ਚੜਾਉਂਦੇ ਉਹਨਾਂ ਨੇ ਯਾਨੀ ਕਿ ਤੁਸੀਂ ਵੀ ਚੜਾਉਣੇ ਆ ਕੀ ਸਮਝਦੀ ਆ ਮਾਂ ਭਗਤ ਸਿੰਘ ਨੂੰ ਤੂੰ ਆਦਾ ਪੁੱਤ ਕਿ ਪੋਤਾ ਦੇਖਦਾ ਕਿ ਭਰਾ ਮਾਤਾ ਆਈ ਕਹਿੰਦੀ ਆ ਵੀ ਤੇਰੀ ਮੈਂ ਸੇਵਾ ਕਰਦੀ ਆ ਚਾਹੇ ਮੇਰਾ ਪੁੱਤ ਆ, ਚਾਹੇ ਮੇਰਾ ਭਾਈ ਆ ਮਾਤਾ ਜਿਵੇਂ ਦੁਨੀਆ ਤੈਨੂੰ ਨਮਸਕਾਰ ਕਰਦੀ ਆ ਮਾਤਾ ਉਹ ਮੈਂ ਕਰਦੀ ਆ ਸੁਣ ਲਓ ਜੀ ਮੈਂ ਕਹਿੰਦਾ ਵੀ ਜਿਹੜੀਆਂ ਸਾਡੀਆਂ ਮਾਵਾਂ ਘਰਾਂ 'ਚ ਬੈਠੀਆਂ ਗੱਡੀਆਂ 'ਚ ਕੌਂਦੀਆਂ ਗੁਰੂ ਘਰਾਂ ਦੇ ਵਿੱਚ ਜਾ ਕੇ ਲੱਖਾਂ ਚੜਾਵਾ ਚੜਾ ਕੇ ਆਉਂਦੀਆਂ ਉਹਨਾਂ ਨਾਲੋਂ ਇਹ ਚੰਗੀ ਮਾਂ ਵਾ ਕਿ ਮਾੜੀ ਆ ਜਿਹੜੇ ਭਗਤ ਸਿੰਘ ਦੇ ਬੁੱਤ ਤੇ ਇੱਕ ਸਾਲ ਬਾਅਦ ਹਾਰ ਚੜਾ ਕੇ ਜਾਂਦੇ ਉਹਨਾਂ ਨਾਲੋਂ ਇਹ ਚੰਗੀ ਮਾਂ ਵਾ ਕਿ ਮਾੜੀ ਮਾਂ ਵਾ ਆਪੇ ਮੱਥਾ ਟੇਕਿਆ ਹਰ ਰੋਜ਼ ਭਗਤ ਸਿੰਘ ਦੇ ਬੁੱਤ ਦੇ ਜੜਾਂ 'ਚ ਸੌਂਦੀ ਆ ਉਹਨੂੰ ਹੀ ਉੱਠ ਕੇ ਮੱਥਾ ਟੇਕ ਕੇ ਉਹਨੂੰ ਫੁੱਲ ਚੜਾਉਂਦੀ ਆ ਇੱਥੋਂ ਲੈ ਕੇ ਇਹਨਾਂ ਤੋਂ ਇਹ ਦੁਕਾਨਾਂ ਸਾਰੇ ਫੁੱਲਾਂ ਦੀਆਂ ਨਾਲ ਤੇ ਆ ਭਾਈ ਪਿੱਛੇ ਫੁੱਲਾਂ ਦੇ ਹਾਰ ਲਈ ਬੈਠਾ 5 ਲੱਖ ਜਾਂਦੀਆਂ ਤਾਂ ਭਾਈ 5 ਫੁੱਲ ਤੇ ਜਿਹੜਾ ਰੋਜ਼ ਫ੍ਰੀ ਦੇ ਦਿੰਦਾ ਤੂੰ ਇਹ ਸਾਰੇ ਤੇਰੇ ਪੁੱਤ ਹੀ ਆ ਮਾਂ ਪੁੱਤ ਦਾ ਇਹ ਤੂੰ ਗੁਰੂ ਘਰ ਬੈਠੀਆਂ ਮਾਂ ਇਹ ਗੁਰੂ ਘਰ ਕਿਹਦਾ ਦੱਸ ਇਹ ਪੁੱਤ ਦਾ ਜਾਂਦੀ ਇਹ ਉਹ ਕੌਣ ਆ ਬੰਦੇ ਜਿਹਨੇ ਤੈਨੂੰ ਕਿਹਾ ਬਾਹਰ ਚੱਲ ਉਹ ਮਾਲਕ ਹੈ ਦੇਖੋ ਅੱਜ ਗੁਰੂ ਦੇ ਮੁਲਕ ਦੇ ਵਿੱਚੋਂ ਮਾਂ ਜਾ ਕੇ ਅੱਜ ਜੇ ਕਹਦੇ ਨਾ ਪੈਸੇ ਕੱਢਣ ਲੱਗ ਜਾਵੇ ਲੋਕ ਇਹਨੂੰ ਕੁੱਟਣਗੇ ਕਿੰਨੀ ਚੋਲਟੀ ਆ ਔਰ ਉਹ ਪੈਸੇ ਕਿਹਦੇ ਆ ਉਹ ਦਸ਼ਮੇਸ਼ ਪਿਤਾ ਦੇ ਆ ਨਾ ਉਹਦੇ ਬਾਪ ਦੇ ਜਿਹੜਾ ਕੁੱਟਦਾ ਨਾ ਜਿਹੜਾ ਉਹਦੇ ਬਾਪ ਦੇ ਜਿਹੜਾ ਇੱਥੇ ਕਬਜ਼ੇ ਕਰੀ ਬੈਠਿਆ ਬਾਪ ਦਸ਼ਮੇਸ਼ ਪਿਤਾ ਸਾਡਾ ਉਹਦਾ ਸਭ ਕੁਝ ਉਹਦੇ 25 ਕਮਰੇ ਅੰਦਰ ਪਰ ਇਸ ਮਾਂ ਨੂੰ ਹੁਕਮ ਨਹੀਂ ਉਸ ਕਮਰੇ 'ਚ ਸੌਣ ਦਾ ਬਿਸਤਰਿਆਂ ਢੇਰ ਲੱਗਿਆ ਦਾ ਬਿਸਤਰਿਆਂ ਦੇ ਢੇਰ ਲੱਗੇ ਪਏ ਆ ਮਾਂ ਦੀ ਰਜਾਈ ਦੇਖੋ ਆ ਮਾਂ ਦੇ ਬਿਸਤਰੇ ਦੇਖੋ ਕਿੱਦਾਂ ਦੇ ਆ
ਤੇ ਦੁੱਖ ਦੀ ਗੱਲ ਇਹ ਆ ਵੀ ਪੂਰਾ ਇਹ ਗਿੱਲਾ ਸੀਗਾ ਪਰਸੋਂ। ਬਰਨਾਲੇ ਵਰਗੇ ਸ਼ਹਿਰ 'ਚ ਇਤਿਹਾਸਕ ਸ਼ਹਿਰ ਜਿੱਥੇ ਕਰੋੜਾਪਤੀ ਲੋਕ ਅਰਬਾਪਤੀ ਲੋਕ ਵੱਸਦੇ ਆ, ਇੱਥੋਂ ਦੇ ਲੋਕ ਕਿਹੜਾ ਇੰਨਾ ਦਾ ਗਏ ਨਹੀਂ ਬਾਹਰ, ਇੱਥੋਂ ਦੇ ਲੋਕ ਕਿਹੜਾ ਕੈਨੇਡਾ ਅਮਰੀਕਾ ਦੇ ਵਿੱਚ ਟਰਾਲੇ ਨਹੀਂ ਚਲਾਉਂਦੇ। ਗੱਲ ਦੁੱਖ ਦੀ ਇਹ ਹੈ ਵੀ ਕੋਈ ਦੇਖਦਾ ਨਹੀਂ। ਹੁਣ ਸਿਆਲਾਂ ਦੇ ਵਿੱਚ ਸਾਰੇ ਬਾਹਰੋਂ ਆਏ ਨੇ, ਇੱਥੋਂ ਸਾਰੇ ਸ਼ਾਪਿੰਗਾਂ ਕਰਦੇ ਫਿਰਦੇ ਨੇ, ਇਹਨਾਂ ਬਾਜ਼ਾਰਾਂ ਦੇ ਵਿੱਚ ਹੀ ਘੁੰਮਦੇ ਨੇ। ਆਹ ਤੇਜਪਾਲ ਜੁਐਲਰ ਸਾਹਮਣੇ ਇਹ ਤੋਂ ਪਤਾ ਨਹੀਂ ਕਿੰਨੇ ਵਾਰੀ ਗਹਿਣੇ ਬਣਾ ਕੇ ਲੈ ਕੇ ਗਏ ਹੋਣਗੇ ਲੋਕ, ਪਰ ਇਹ ਮਾਂ ਨੂੰ ਕਿਸੇ ਨੇ ਨਹੀਂ ਦੇਖਿਆ। ਇਸ ਮਾਂ ਨੂੰ, ਇਸ ਮਾਂ ਦੇ ਦੁੱਖ ਨੂੰ, ਇਸ ਮਾਂ ਦੇ ਹਾਲਾਤ ਨੂੰ ਕਿਸੇ ਨੇ ਨਹੀਂ ਦੇਖਿਆ। ਦੁੱਖ ਇਸ ਗੱਲ ਦਾ ਵੀ ਆ ਸਾਹਮਣੇ ਵੱਡੀਆਂ ਵੱਡੀਆਂ ਦੁਕਾਨਾਂ ਵਾ ਕੱਪੜਿਆਂ ਦੀਆਂ, ਤਕੜੇ ਤਕੜੇ ਲੋਕ ਲੱਖਾਂ ਦੀਆਂ ਸ਼ਾਪਿੰਗਾਂ ਕਰਨ ਆਉਂਦੇ ਨੇ, ਪਰ ਕਿਸੇ ਨੇ ਆ ਕੇ ਇਸ ਮਾਂ ਦੀ ਬਾਹ ਨਹੀਂ ਫੜੀ, ਕਿਸੇ ਨੇ ਇਸ ਮਾਂ ਨੂੰ ਦੇ ਬਾਰੇ ਸੋਚਿਆ ਨਹੀਂ। ਭਗਤ ਸਿੰਘ ਦੇ ਪੁੱਤ ਤੇ ਵੀ ਛੱਤ ਪਾਈ ਹੋਈ ਆ, ਪਰ ਇਸ ਮਾਂ ਦੇ ਸਿਰ ਤੇ ਛੱਤ ਨਹੀਂ ਪਾਈ ਕਿਸੇ ਨੇ। ਭਗਤ ਸਿੰਘ ਦੇ ਪੁੱਤ ਤੇ ਵੀ ਲੋਕ ਹਾਰ ਚੜਾਉਂਦੇ ਨੇ, ਲੋਕ ਉਸ ਪੁੱਤ ਨੂੰ ਵੀ ਪੂਜਦੇ ਨੇ, ਪਰ ਭਗਤ ਸਿੰਘ ਦੀ ਸੋਚ ਨੂੰ ਕਿਸੇ ਨੇ ਨਹੀਂ ਫੜਾਇਆ। ਗੱਲ ਦੁੱਖ ਇਸ ਗੱਲ ਦਾ ਵਜੀ ਵੀ ਸਾਡੇ ਪੰਜਾਬ 'ਚ ਇਹ ਹਾਲਾਤ, ਜੇ ਕੋਈ ਮਾਤਾ ਕਿਸੇ ਹੋਰ ਸਟੇਟ ਤੋਂ ਨਹੀਂ ਆਈ ਹੋਈ ਤੇ ਚਲੋ ਜੀ ਇਹਨੂੰ ਕੋਈ ਜਾਣਦਾ ਹੀ ਨਹੀਂ, ਇਹ ਯੂਪੀ ਬਿਹਾਰ ਆਸਾਮ ਤੋਂ ਜਾਂ ਬੰਗਾਲ ਤੋਂ ਆਈ ਹੋਈ ਆ। ਇਹ ਪੰਜਾਬ ਦੇ ਇਸੇ ਇੱਥੋਂ ਹੀ ਨੇੜੇ ਹੀ 15-20 ਕਿਲੋਮੀਟਰ ਦੂਰ ਮਾਂ ਦੇ ਪੇਕੇ ਆ, 20-25 ਕਿਲੋਮੀਟਰ ਦੂਰ ਮਾਂ ਦੇ ਸਹੁਰੇ ਆ, ਤੇ ਇਹ ਗੁਰਦੁਆਰਾ ਸਾਹਿਬ ਮਾਤਾ ਦਾ ਆਪਦਾ ਘਰ ਆ, ਇਹ ਇਹਦੇ ਪਿਓ ਦਾ ਘਰ ਆ, ਇਹਦੇ ਦਸ਼ਮੇਸ਼ ਪਿਤਾ ਦਾ ਘਰ ਆ। ਇਹਦੇ ਬਾਹਰ ਪਈ ਹੈ 1 ਸਾਲ ਤੋਂ, ਕੋਈ ਮਦਦ ਨਹੀਂ ਕਰ ਰਿਹਾ, ਕੋਈ ਸਾਥ ਨਹੀਂ ਦੇ ਰਿਹਾ। ਕਹਿੰਦੇ ਮਾਤਾ ਗਾਲਾਂ ਕੱਢਦੀ ਆ। ਹੁਣ ਗਾਲਾਂ ਤਾਂ ਮੇਰੀ ਮਾਂ ਵੀ ਕੱਢ ਸਕਦੀ ਹੈ, ਮੇਰੀ ਦਾਦੀ ਵੀ ਕੱਢ ਸਕਦੀ ਆ, ਜਿਹਦਾ ਦਿਮਾਗੀ ਤੌਰ ਤੇ ਸੰਤੁਲਨ ਹੀ ਵਿਗੜ ਗਿਆ, ਜਿਹੜੀ ਤਾਂ ਨੂੰ ਮੂੰਹ ਕਰਕੇ ਆਪਦੇ ਪੁੱਤ ਪੋਤਿਆਂ ਨਾਲ ਗੱਲਾਂ ਕਰ ਲੈਂਦੀ ਆ, ਜਿਹੜੀ ਹਾਕਾਂ ਮਾਰ ਕੇ ਫਤਿਹ ਸਿੰਘ ਨੂੰ, ਜੁਝਾਰ ਸਿੰਘ ਨੂੰ, ਜੋਰਾਵਰ ਸਿੰਘ ਨੂੰ ਆਵਾਜ਼ਾਂ ਮਾਰ ਸਕਦੀ ਆ ਵੀ ਪੁੱਤਰੋ ਮੈਨੂੰ ਬਚਾ ਲਓ, ਮੇਰੀਆਂ ਫੋਟੋਆਂ ਖਿੱਚਣ ਲੱਗ ਗਏ, ਕੌਣ ਆਏ ਬੰਦੇ, ਤੇ ਉਹ ਮਾਂ ਨੂੰ ਲੋਕ ਕਹਿੰਦੇ ਗਾਲਾਂ ਕੱਢਦੀ ਆ। ਉਹਦੇ ਮਾਂ ਦੀ ਦਿਮਾਗ ਦੀ ਅਵਸਥਾ ਨਹੀਂ ਦੇਖਦੇ ਸੀ, ਜਿਹੜੀ ਆਪਣਾ ਨਾਂ ਦੱਸਣ ਨੂੰ ਤਿਆਰ ਨਹੀਂ। ਸਰਾਂ ਪਰਿਵਾਰ 'ਚ ਵਿਆਹੀ ਹੋਈ, 3 ਪੁੱਤਾਂ ਦੀ ਮਾਂ ਤੇ 2 ਧੀਆਂ ਦੀ ਮਾਂ, ਤੇ 5 ਭੈਣਾਂ ਭਰਾਵਾਂ ਦੀ ਭੈਣ, ਪਰਵਾਹੀ ਪਿੰਡ ਦੇ ਵਿੱਚ ਜੰਮੀ ਹੋਈ ਹੈ ਮਾਂ, ਪਰ ਅੱਜ ਸੜਕ ਤੇ ਪਈ ਆ। 6-7 ਕਿੱਲਿਆਂ ਦੀ ਕਹਿੰਦੇ ਮਾਲਕ ਸੀ ਮੈਂ ਕਿਸੇ ਟਾਈਮ, ਪਰ ਅੱਜ ਸੜਕ ਤੇ ਪਈ ਆ। ਅੱਜ ਮਾਂ ਦੇ ਕੋਲੇ 6 ਕੱਪੜੇ ਨਹੀਂ ਉੱਤੇ ਲੈਣ, ਤੇ ਮਾਂ ਦੇ ਕੋਲੇ 6 ਗੱਜ ਜਗ੍ਹਾ ਨਹੀਂ ਸੌਣ ਨੂੰ। ਦੁਕਾਨ ਪਈ ਆ ਬੰਦ, ਉਹਦੇ ਮੂਹਰੇ ਪਈ ਆ, ਇਹ ਦੁਕਾਨ ਬੰਦ ਰਹਿੰਦੀ ਹੈ। ਸਮਝਦੇ ਆ ਵੀ ਮਾਂ ਦੀ ਤਕਲੀਫ, ਪਰ ਇਹ ਕਰ ਨਹੀਂ ਸਕਦਾ। ਮਤਲਬ ਪੰਜਾਬ ਦਾ ਨੋਰਮਲ ਵਾਸੀ ਆ, ਮੈਂ ਮਾਂ ਨੂੰ ਦੇਖਿਆ, ਮੈਂ ਕੀ ਕਰੂੰ, ਘਰੇ ਲੈ ਜੂ, ਘਰੇ ਲਿਆ ਕੇ ਰੱਖਣਾ। ਸਾਨੂੰ ਕੋਈ ਸਿਸਟਮ ਤਾਂ ਦੇਵੇ ਸਰਕਾਰ, ਸਾਨੂੰ ਐਸਜੀਪੀਸੀ ਕਰੋੜਾਂ ਅਰਬਾਂ ਦਾ ਬਜਟ ਆ, ਉਹਦਾ ਲੱਖਾਂ ਕਿੱਲੇ ਜ਼ਮੀਨ ਆ ਉਹਨਾਂ ਕੋਲੇ, ਕੋਈ ਏਦਾਂ ਦਾ ਸਿਸਟਮ ਤਾਂ ਦੇਵੇ ਜਿੱਥੇ ਉਹਦੀ ਚੱਕ ਕੇ ਮਾਂ ਨੂੰ ਛੱਡੀ ਜਾਈਏ। ਕਿੱਥੇ ਛੱਡ ਕੇ ਆਉਣ? ਮੰਨ ਲਓ ਇਹ ਬਾਈ ਜੀ ਦੇ ਦਿਮਾਗ 'ਚ ਆਈ ਗੱਲ ਵੀ ਯਾਰ ਇਹ ਮਾਂ ਦੀ ਮਦਦ ਕਰਨੀ ਆ, ਕਿੱਦਾਂ ਕਰ ਸਕਦੇ ਆ? ਸਾਹਮਣੇ ਥਾਣੇ ਰਿਪੋਰਟ ਕਰਾਉਣਗੇ, ਇੱਥੇ ਡੀਸੀ ਹਾਊਸ ਆ, ਡੀਸੀ ਦੇ ਜਾ ਕੇ ਦਫ਼ਤਰ ਕੰਪਲੇਂਟ ਕਰਨਗੇ, ਸੈਸ਼ਨ ਕੋਰਟ ਆ ਉੱਥੇ ਜਾਣਗੇ, ਜਾਂ ਕੋਈ ਸਰਕਾਰ ਵੱਲੋਂ ਬਣਾਇਆ ਹੋਇਆ ਸੈਂਟਰ ਆ ਉੱਥੇ ਛੱਡ ਕੇ ਆਉਣਗੇ, ਜਾਂ ਐਸਜੀਪੀਸੀ ਨੇ ਅਨਾਥ ਆਸ਼ਰਮ ਖੋਲ੍ਹੇ ਹੋਏ ਨੇ ਪੰਜਾਬ ਦੇ ਵਿੱਚ ਹਰੇਕ ਜ਼ਿਲ੍ਹੇ 'ਚ, ਉੱਥੇ ਛੱਡ ਕੇ ਆਉਣਗੇ, ਜਾਂ ਪੰਜਾਬ ਦੇ ਵਿੱਚ ਐਸਜੀਪੀਸੀ ਵੱਲੋਂ ਵੱਡੇ ਵੱਡੇ ਹਸਪੀਟਲ ਖੋਲ੍ਹੇ ਹੋਏ ਨੇ, ਮਾਂ ਨੂੰ ਇਲਾਜ ਦੇ ਲਈ ਉੱਥੇ ਦਾਖਲ ਕਰਾ ਕੇ ਆਉਣਗੇ। ਕਿੱਥੇ ਕੁਛ ਤਾਂ ਦੇ ਦਿਓ ਸਾਨੂੰ। ਉਹ ਕਰੋੜਾਂ ਅਰਬਾਂ ਦਾ ਸਾਡਾ ਰੋਜ਼ ਦਾ ਗੋਲਕ ਆ, ਉਹ ਗੋਲਕ 'ਚ ਮੱਥਾ ਕੌਣ ਟੇਕਦਾ ਵਾ? ਦਸ਼ਮੇਸ਼ ਪਿਤਾ ਦੇ ਬੱਚੇ। ਤੇ ਤੁਸੀਂ ਕੌਣ ਹੋ ਜਿਹੜੇ ਉਸ ਪੈਸੇ ਨੂੰ ਸਾਂਭਦੇ ਹੋ, ਜਿਹੜੇ ਉਸ ਪੈਸੇ ਨੂੰ ਪਤਾ ਨਹੀਂ ਕਿੱਥੇ ਲਾਉਂਦੇ ਹੋ? ਕੋਈ ਇੱਕ ਪੰਜਾਬ ਦੇ ਵਿੱਚ ਵੱਡੇ ਹਸਪੀਟਲ ਤਾਂ ਖੋਲ੍ਹ ਕੇ ਦਿਓ ਜਿੱਥੇ ਫਰੀ ਇਲਾਜ ਹੋਵੇ ਇਹਨਾਂ ਦੀਆਂ ਮਾਵਾਂ ਦਾ, ਸੜਕਾਂ ਤੇ ਨਾ ਰੋਲਣਾ ਪਵੇ ਸਾਡੀਆਂ ਮਾਵਾਂ ਨੂੰ। ਕੋਈ ਇੱਦਾਂ ਦੇ ਅਨਾਥ ਆਸ਼ਰਮ ਬਜ਼ੁਰਗਾਂ ਵਾਸਤੇ ਇੱਕ ਸੋਹਣੇ ਸੁਪਨਿਆਂ ਦੇ ਘਰ ਹੀ ਬਣਾ ਦਿਓ ਜਿੱਥੇ ਬਜ਼ੁਰਗਾਂ ਨੂੰ ਰੱਖਿਆ ਜਾ ਸਕੇ। ਹਾਲਾਤਾਂ ਮੁਤਾਬਕ ਪੰਜਾਬ ਦੇ ਵਿੱਚ ਸਮੇਂ-ਸਮੇਂ ਤੇ ਉਪਰਾਲੇ ਕਰਨੇ ਪਏ ਆ। ਅੱਜ ਸਮਾਂ ਵਾ ਇਸ ਉਪਰਾਲੇ ਦਾ ਵੀ ਪੰਜਾਬ ਦੇ ਵਿੱਚ ਲੋੜ ਆ ਬਜ਼ੁਰਗਾਂ ਵਾਸਤੇ ਘਰ ਬਣਾਉਣ ਦੀ, ਕਿਉਂਕਿ ਪੁੱਤ ਪਦਾਰਥਵਾਦੀ ਹੋ ਗਏ, ਪੁੱਤ ਨੂੰਹਾਂ ਤੋਂ ਡਰਦੇ ਆ,
ਪੁੱਤ ਆਪਦੇ ਪੋਤਿਆਂ ਨੂੰ, ਆਪਦੇ ਪੁੱਤਾਂ ਨੂੰ, ਆਪਦੀਆਂ ਘਰ ਵਾਲੀਆਂ ਨੂੰ, ਆਪਦੇ ਬੱਚਿਆਂ ਨੂੰ ਤਹਿਰੀਕ ਦਿੰਦੇ ਆ, ਆਪਦੇ ਮਾਂ ਪਿਓ ਨੂੰ ਨਹੀਂ ਦਿੰਦੇ। ਇਸ ਮਾਂ ਨੇ 5 ਪੁੱਤ, 3 ਪੁੱਤ ਤੇ 2 ਧੀਆਂ, 5 ਬੱਚੇ ਪਾਲੇ, ਪਰ 5 ਬੱਚਿਆਂ ਤੋਂ ਇੱਕ ਮਾਂ ਨਹੀਂ ਪਾਲ ਹੋਈ, ਸੜਕ ਤੇ ਪਈ ਆ। ਕਈ ਸਾਲ ਹੋ ਗਏ ਘਰੋਂ ਨਿਕਲੀ ਨੂੰ। ਪਹਿਲਾਂ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਸੇਵਾ ਕਰਦੀ ਰਹੀ, ਉੱਥੇ ਜਦੋਂ ਹੱਡ ਪੈਰ ਖੜ ਕੇ ਨੈਣ ਪ੍ਰੇਮ ਛੱਡ ਕੇ ਕੰਮ, ਗੁਰਦੁਆਰੇ ਵਾਲੇ ਕਹਿੰਦੇ ਜਿੱਥੇ ਚੱਲ ਬਾਹਰ ਚੱਲ, ਉੱਥੋਂ ਆ ਗਈ। ਇਹ ਬਰਨਾਲੇ ਸ਼ਹਿਰ ਦੇ ਗੁਰੂ ਘਰ 'ਚ 2 ਮਹੀਨੇ ਅੰਦਰ ਰੱਖੀ ਉਹਨਾਂ ਨੇ। ਜਦੋਂ ਦੇਖਿਆ ਬੇਬੇ ਦਿਮਾਗੀ ਠੀਕ ਨਹੀਂ ਹੈਗੀ, ਗਾਲਾਂ ਕੱਢਦੀ ਆ, ਇਹ ਵੀ ਕਹਿੰਦੇ ਚੱਲ ਬਾਹਰ। ਬੇਬੇ ਗੇਟ ਤੇ ਗੁਰੂ ਘਰ ਦੇ ਬਾਹਰ ਇੱਥੇ ਸੌਂਦੀ ਆ ਮਾਂ 6-7 ਮਹੀਨਿਆਂ ਤੋਂ। ਤੇ ਪਰ ਸਾਡੇ ਗੁਰੂ ਘਰ ਦੇ ਪ੍ਰਬੰਧਕ, ਸਾਡੇ ਗੁਰੂ ਘਰ ਦੇ ਕਮੇਟੀਆਂ ਦੇ ਪ੍ਰਧਾਨ, ਸਾਡੇ ਉਹ ਇੱਥੋਂ ਦੇ ਹਰ ਰੋਜ਼ ਇੱਥੋਂ ਦੇ ਅਫਸਰ, ਇੱਥੋਂ ਦੇ ਰੋਜ਼ ਇੱਥੋਂ ਨਿਕਲੇ ਹੋਣਗੇ, ਪਰ ਉਹਨਾਂ ਨੂੰ ਉਹ ਮਾਂ ਨਹੀਂ ਦਿੰਦੀ, ਕਿਉਂਕਿ ਇਹਦੀ ਵੋਟ ਹੈ ਨਹੀਂ, ਇਸ ਮਾਂ ਦੀ ਵੋਟ ਹੈ ਨਹੀਂ, ਇਹ ਵੋਟ ਪਾ ਨਹੀਂ ਸਕਦੀ। ਇਹਨੂੰ ਗੱਡੀ ਚੱਕ ਕੇ ਨਹੀਂ ਤਾਂ ਵੋਟ ਪਵਾ ਕੇ ਫਿਰ ਚੱਲ ਜਾਂਦੀ। ਸਾਨੂੰ ਸ਼ਰਮ ਆਉਣੀ ਚਾਹੀਦੀ ਆ। ਸਾਡੇ ਪੰਜਾਬ ਦੀਆਂ ਮਾਵਾਂ ਸਾਡੇ ਪੰਜਾਬ 'ਚ ਇੱਦਾਂ ਰੁਲਦੀਆਂ, ਤੇ ਉਹ ਦਿਨ ਦੂਰ ਨਹੀਂ ਜਿੱਦਣ ਤੁਹਾਡੀਆਂ ਮਾਵਾਂ ਵੀ ਇੱਦਾਂ ਰੁਲਣਗੀਆਂ। ਜਿਹੜੇ ਕੁੱਠੀਆਂ 'ਚ ਮਹਿਲਾਂ 'ਚ ਬੈਠੇ ਹੋ ਨਾ, ਜਿਨ੍ਹਾਂ ਦੇ ਹੱਥਾਂ 'ਚ ਜ਼ਿੰਮੇਵਾਰੀਆਂ, ਜਿਨ੍ਹਾਂ ਨੂੰ ਅਸੀਂ ਬਾਗਡੋਰ ਸੰਭਾਲੀ ਹੋਈ ਆ, ਜੇ ਉਹ ਇੰਨੇ ਮੁਨਕਰ ਹੋ ਗਏ ਨਾ, ਤਾਂ ਫਿਰ ਇੱਕ ਦਿਨ ਉਹਨਾਂ ਨਾਲ ਵੀ ਇਹੀ ਕੁਝ ਹੋਣਾ। ਬਸ ਸਮਝਣ ਦੀ ਗੱਲ ਆ, ਸੋਚਣ ਦੀ ਗੱਲ ਆ। ਜਾਗੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ, ਜਿਹਨੂੰ ਉਹ ਰੱਖਦਾ ਉਹ ਨਹੀਂ ਮਰ ਸਕਦਾ। ਉਹ ਮਾਂ ਕਈ ਸਾਲਾਂ ਤੋਂ ਸੜਕਾਂ ਤੇ ਰੋਟੀ ਵੀ ਜਿਉਂਦੀ ਸੀ, ਪਰ ਕਈਆਂ ਦੀਆਂ ਹਸਪਤਾਲਾਂ 'ਚ ਪਈਆਂ ਵੀ ਸ਼ਰਮ ਹੋਣੀ ਚਾਹੀਦੀ ਹੈ। ਸਾਨੂੰ ਸੋਚਣਾ ਚਾਹੀਦਾ, ਸਾਨੂੰ ਅੱਜ ਦੇ ਸਮਾਜ ਦੀਆਂ ਇਹੋ ਤਸਵੀਰਾਂ ਜਿਹੜਾ ਸਾਡੇ ਸਮਾਜ ਦੀ ਨਿੱਘਰਦੀ ਹੋਈ ਸੋਚ ਨੂੰ ਸਾਡੇ ਸਾਹਮਣੇ ਦਰਸਾਉਂਦੀਆਂ, ਸਾਨੂੰ ਦਿਖਾਉਂਦੀਆਂ ਸ਼ੀਸ਼ਾ ਕਿ ਅਸੀਂ ਕਿੱਥੇ ਖੜੇ ਆ, ਅਸੀਂ ਕੌਣ ਆ। ਅਸੀਂ ਭਾਈ ਕਨ੍ਹੱਈਆ ਜੀ ਦੇ ਵਾਰਸ ਹਾਂ, ਜਿਹਨੇ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ। ਅਸੀਂ ਭਗਤ ਪੂਰਨ ਸਿੰਘ ਦੇ ਵਾਰਸ ਹਾਂ, ਜਿਹਨੇ ਸੜਕਾਂ ਤੋਂ ਕੋੜੀਆਂ ਦੇ ਪਿੰਗਲਿਆਂ ਨੂੰ ਚੱਕ ਕੇ ਐਡਾ ਵੱਡਾ ਪਿੰਗਲ ਵਾਲਾ ਸਾਹਿਬ ਖੜਾ ਕਰਤਾ। ਪਰ ਅਸੀਂ ਆਪਦਿਆਂ ਨੂੰ ਨਹੀਂ ਸਾਂਭ ਸਕਦੇ, ਅਸੀਂ ਆਪਣਿਆਂ ਨੂੰ ਨਹੀਂ ਸਾਂਭ ਸਕਦੇ। ਸਾਨੂੰ ਸ਼ਰਮ ਹੋਣੀ ਚਾਹੀਦੀ ਹੈ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜਿਆਂ ਤੇ ਲੰਗਰ ਲਾਉਂਦੇ ਹਾਂ ਲੱਖਾਂ ਦੇ। ਅਸੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲਿਆਂ ਤੇ ਲੱਖਾਂ ਕਰੋੜਾਂ ਰੁਪਇਆ ਖਰਚ ਦਿੰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਮਨਾਇਆ, 25 ਕਰੋੜ ਰੁਪਇਆ ਸਟੇਜਾਂ ਤੇ ਲਾਤਾ ਸਰਕਾਰਾਂ ਨੇ, ਸ਼੍ਰੋਮਣੀ ਕਮੇਟੀ ਨੇ, ਐਸਜੀਪੀਸੀ ਨੇ। ਪਰ ਇੱਦਾਂ ਦੀਆਂ ਮਾਵਾਂ ਵਾਸਤੇ ਇੱਕ 25 ਕਮਰਿਆਂ ਦਾ ਆਸ਼ਰਮ, ਇੱਕ 25 ਕਮਰਿਆਂ ਦਾ ਘਰ ਵੀ ਬਣਾ ਦਿੱਤਾ। ਇੱਥੇ ਬੜੇ ਬਣਾਏ 25 ਕਮਰੇ ਵੀ ਹੈਗੇ ਆ। ਗੁਰਦੁਆਰਾ ਸਾਹਿਬ 'ਚ ਅਟੈਚ ਬਾਥਰੂਮ ਆ, ਮਤਲਬ ਬੁਕਿੰਗ ਹੁੰਦੀ ਆ ਐਸਜੀਪੀਸੀ ਦੇ ਮੈਂਬਰਾਂ ਦੇ ਸਾਈਨ ਤੇ ਫੋਨ ਤੇ, ਉਹਨਾਂ ਨੂੰ ਉਹ ਅੰਦਰ ਪੈਣ ਦਿੰਦੇ ਆ। ਉਹ ਬੰਦਿਆਂ ਨੂੰ ਜਿਨ੍ਹਾਂ ਦੇ ਫੋਨ ਆਉਂਦੇ ਨੇ ਉੱਪਰੋਂ ਵੀ ਆ ਮੇਰਾ ਰਿਸ਼ਤੇਦਾਰ ਆ ਰਿਹਾ, ਉਹਨੂੰ VIP ਟ੍ਰੀਟਮੈਂਟ ਮਿਲਦਾ। ਪਰ ਇਹ ਮਾਂ ਦਾ VIP ਟ੍ਰੀਟਮੈਂਟ ਕੀ, ਇਹਨੂੰ ਰੋਟੀ ਤੱਕ ਨਹੀਂ ਪ੍ਰੋਪਰ ਮਿਲਦੀ। ਗੁਰੂ ਕੇ ਲੰਗਰ ਦੇ ਵਿੱਚੋਂ ਸੇਵਾਦਾਰ ਨੇ ਜਿਹੜੇ ਲਿਆ ਕੇ ਮਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਆ। ਮਾਂ ਅੰਦਰ ਜਾ ਕੇ ਨਹਾ ਧੋ ਵੀ ਆਉਂਦੀ ਆ, ਪਰ ਅੰਦਰ ਪੈਣ ਦਾ ਹੁਕਮ ਨਹੀਂ ਮੰਨਦੀ। ਠੰਡ, ਸਿਆਲ ਮਹਿੰਗੇ ਇੰਨੇ ਉੱਚੀ, ਇੰਨੀ ਠੰਡ ਆ, ਹਰੇਕ ਬੰਦਾ ਰਜਾਈ 'ਚ ਪਿਆ ਵੀ ਥੋੜ੍ਹਾ ਕਰਦਾ। ਇਹ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਸ਼ਰਮ ਨਹੀਂ ਆਈ ਕਿ ਮਾਂ ਸੜਕ ਤੇ ਪਈ ਥੋੜ੍ਹਾ ਧੱਕੇ ਨਾਲ ਚੱਕ ਕੇ ਅੰਦਰ ਲੈ ਜਾਂਦੇ। ਚਾਹੇ ਮਾਂ ਅਸੀਂ ਤੈਨੂੰ ਸੰਭਾਲਾਂਗੇ, ਅਸੀਂ ਤੇਰੇ ਪੁੱਤ ਹਾਂ, ਅਸੀਂ ਗੁਰੂ ਘਰ ਦੇ ਸੇਵਾਦਾਰ ਹਾਂ, ਸਾਨੂੰ ਬਾਬੇ ਨਾਨਕ ਨੇ ਸੇਵਾ ਬਖਸ਼ੀ ਆ, ਤੇ ਅਸੀਂ ਜਿਉਂਦਿਆਂ ਦੀ ਸੇਵਾ ਕਰਨੀ ਆ, ਨਾ ਕਿ ਮਰਿਆ ਹੋਇਆਂ ਦੇ ਬਿਸਤਰੇ ਇਕੱਠੇ ਕਰਨੇ ਆ। ਅੰਦਰ ਬਿਸਤਰਿਆਂ ਦੇ ਢੇਰ ਲੱਗੇ ਪਏ ਹੋਣੇ ਆ, ਪਰ ਮਾਂ ਦੀ ਰਜਾਈ 'ਚੋਂ ਸਮੈਲ ਆਉਂਦੀ ਹੈ ਗੰਦੀ, ਮਾਂ ਦੇ ਕੱਪੜਿਆਂ 'ਚੋਂ ਸਮੈਲ ਆਉਂਦੀ ਆ। ਪਰ ਅੱਜ ਉਹ ਬਰਨਾਲੇ ਸ਼ਹਿਰ ਦੇ ਮੱਥੇ ਤੇ ਕਲੰਕ ਲੱਗੀ ਬੈਠੀ ਆ। ਬਰਨਾਲੇ ਸ਼ਹਿਰ ਦੇ ਮੱਥੇ ਤੇ, ਇਹ ਗੁਰੂ ਘਰ ਦੇ ਮੁੱਖ ਤੇ ਇਹ ਕਲੰਕ ਬਣੀ ਬੈਠੀ ਆ ਮਾਂ। ਉਹ ਸੋਚ ਰਹੇ ਹੋਣੇ ਆ ਵੀ ਇਹ ਕਿੱਦਣ ਮਰੇ, ਖਹਿੜਾ ਛੁੱਟੇ, ਦੱਸ ਲੱਗੀ ਹੋਈ ਆ। ਪਰ ਉਹ ਰੱਬ ਆ, ਉਹ ਮਾਂ ਆ ਸਾਡੀ, ਉਹ ਸਾਡੇ ਪੰਜਾਬ ਦੀ ਧੀ ਆ, ਜਿਹਨੂੰ ਸਾਡੇ ਲੀਡਰ ਅਫਸਰ ਕਹਿੰਦੇ ਆ ਬੇਟੀ ਪੜ੍ਹਾਓ ਬੇਟੀ ਬਚਾਓ। ਉਹ ਬੇਟੀਆਂ ਹੀ ਆ, ਇਹੀ ਉਹ ਮਾਵਾਂ ਜਿਨ੍ਹਾਂ ਦੇ ਰੱਬ ਨੇ ਸ਼ਾਨਦਾਰੀ ਲੈ ਕੇ ਕਹਿੰਦੇ ਸਵਰਗ ਬਣਾਇਆ। ਅੱਜ ਉਹੀ ਮਾਂ ਇੱਥੇ ਪਈ ਆ। ਸੋਚੋ ਸਮਝੋ, ਆਪੋ ਆਪਣੀਆਂ ਡਿਊਟੀਆਂ ਨੂੰ ਸੰਭਾਲੋ, ਸਰਕਾਰਾਂ ਤੇ ਆਸ ਨਾ ਰੱਖੋ। ਐਸਜੀਪੀਸੀ ਵਰਗੀਆਂ ਸੰਸਥਾਵਾਂ ਚੋਰਾਂ ਤੇ ਲਟੇਰਿਆਂ ਦੀਆਂ ਸਾਡੇ ਲਈ ਕੁਝ ਨਹੀਂ ਹੈਗਾ। ਇਸ ਕਰਕੇ ਸਾਨੂੰ ਆਪ ਆਪਣੀ ਜ਼ਿੰਮੇਵਾਰੀ ਚੱਕਣੀ ਪੈਣੀ ਹੈ। ਜੇ ਅਸੀਂ ਆਪਣੀ ਇੱਜ਼ਤ ਬਣਾਉਣੀ ਹੈ ਨਾ, ਤਾਂ ਸਾਨੂੰ ਖੁਦ ਕੁਝ ਕਰਨਾ ਪੈਣਾ। ਜੇ ਅਸੀਂ ਅੱਜ ਮਾਂ ਨੂੰ ਆਪਣੇ ਨਾਲ ਲੈ ਕੇ ਚੱਲੇ ਹਾਂ,
ਬਾਬੇ ਨਾਨਕ ਅੱਗੇ ਅਰਦਾਸ ਕਰਿਓ ਅਸੀਂ ਉਸ ਮਾਂ ਦੀ ਸੇਵਾ ਕਰਦੇ ਹਾਂ। ਅਸੀਂ ਮਾਂ ਚਾਹੇ ਸਾਨੂੰ ਗਾਲਾਂ ਕੱਢੇ, ਚਾਹੇ ਮਾਰੇ, ਅਸੀਂ ਮਾਂ ਨੂੰ ਆਪਣੇ ਕੋਲੇ ਰੱਖਾਂਗੇ। ਸਾਡੀ ਮਾਂ ਪਰ ਸਾਡੀ ਉਹ ਦਾਦੀ ਆ, ਸਾਡੀ ਉਹ ਨਾਨੀ ਆ, ਸਾਡੀ ਉਹ ਮਾਂ ਤੇ ਸਾਡੀ ਉਹ ਦੇਸ਼ ਦੀ, ਸਾਡੇ ਪੰਜਾਬ ਦੀ ਉਹ ਇੱਜ਼ਤ ਆ। ਸਾਡੀ ਉਹ ਮਾਂ ਜਿਹਨੂੰ ਸਵਰਗ ਸਾਧਾਰੀ ਲੈ ਕੇ ਬਣਾਇਆ ਗੁਰੂ ਮਹਾਰਾਜ ਨੇ, ਅੱਜ ਉਹ ਮਾਂ ਇੱਥੇ ਸੜਕ ਤੇ ਸੌਂਦੀ ਆ। ਅਰਦਾਸ ਕਰਿਓ ਉਸ ਮਾਂ ਦੀ ਸਿਹਤਯਾਬੀ ਲਈ, ਅਰਦਾਸ ਕਰਿਓ ਸਾਨੂੰ ਸਮਰਥ ਬਖਸ਼ੇ ਬਾਬਾ ਨਾਨਕ, ਅਸੀਂ ਉਸ ਮਾਂ ਦੀ ਸੇਵਾ ਕਰ ਸਕੀਏ। ਦੀਪੂ ਨੇ ਬੇਬੇ ਮੈਨੂੰ ਤੇਰਾ ਨਾਮ ਪਤਾ ਲੱਗ ਗਿਆ। ਨਾਮ ਪਤਾ ਲੱਗ ਗਿਆ। ਨਾਮ ਪਤਾ ਉਹ ਤੂੰ ਆਪੇ ਦੱਸ ਦੇ। ਉਹ ਗੁਰਦਮ ਖੜੇ ਚੰਗੀ ਰਹੇਗੀ, ਮੈਨੂੰ ਐ ਲੱਗੂ ਮੇਰੀ ਮਾਂ ਨੇ ਮੈਨੂੰ ਅੰਦਰ ਲਾ ਤੇਰੀ ਜਗ੍ਹਾ ਲੈਣੀ ਆ, ਜਿਹੜੇ ਕਿਹੜੇ ਸਰਪੰਚ ਨੂੰ ਦਿੱਤੇ ਆ, ਉਹ ਪੈਸੇ ਦਿੱਤੇ ਸਰਪੰਚ ਨੂੰ ਇਕੱਠੇ ਕਰਕੇ, ਉਹ ਜਗ੍ਹਾ ਲੈਣੀ ਆ। ਨਾਂ ਦੀ ਲੋੜ ਆ ਤੇਰੀ। ਦੱਸ ਫਿਰ ਕੀ ਨਾਂ ਹੈ? ਕੋਈ ਕੰਮ ਕਰ ਆਹ ਹੈ ਤਾਂ ਸਰਪੰਚ, ਪੈਸੇ ਵੀ ਤੇਰੇ ਦਿੱਤੇ ਆ, ਮੈਨੂੰ ਪਤਾ। ਉਹੀ ਜਗ੍ਹਾ ਲੈਣੀ ਆ ਹੁਣ ਤੇਰੀ ਹੀ ਸਰਪੰਚ ਆ ਹੁਣ। ਹਾਂ, ਤੇਰਾ ਨਾਮ ਕੀ ਆ? ਇਹ ਮਾਮਾ ਜੀ, ਜਾਣੀ ਕਿ ਜੇ ਦੇਖਣਾ ਹੋਵੇ ਤਾਂ ਰੱਬ ਇਹਦੇ 'ਚ ਹੀ ਆ, ਤੇ ਜੇ ਦੇਖਣਾ ਹੋਵੇ ਤਾਂ ਰੱਬ ਇੱਥੇ ਅੰਦਰ ਵੀ ਆ। ਪਰ ਉਹ ਵੀ ਇਹੀ ਕਹਿੰਦਾ ਵੀ ਅੰਦਰ ਰੱਬ ਇਨਸਾਨ ਦੇ ਹੀ ਆ। ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ। ਉਹ ਕਹਿੰਦੇ ਰੱਬ ਮੰਦਿਰਾਂ 'ਚ ਨਹੀਂ, ਰੱਬ ਮਸਜਿਦਾਂ 'ਚ ਨਹੀਂ, ਰੱਬ ਗੁਰਦੁਆਰਿਆਂ 'ਚ ਨਹੀਂ, ਰੱਬ ਦਿਲਾਂ 'ਚ ਵਸਦਾ। ਕਹਿੰਦੇ ਨਾ ਮੰਦਿਰ ਢਾਹ, ਜਿੰਨੇ ਮਰਜ਼ੀ ਢਾਲਾ, ਜਿੰਨੇ ਗੁਰਦੁਆਰੇ ਮਰਜ਼ੀ ਢਾਲਾ, ਜਿੰਨੇ ਮਰਜ਼ੀ ਤੋੜਦੇ ਮਸਜਿਦਾਂ, ਪਰ ਕਿਸੇ ਦਾ ਦਿਲ ਨਾ ਤੋੜੀ, ਉਹਦੇ 'ਚ ਰੱਬ ਵਸਦਾ। ਤੇ ਇਹ ਮਾਂ ਦੇ ਦਿਲ 'ਚ ਰੱਬ ਵਸਦਾ। ਇਹਦਾ ਦਿਲ ਨਹੀਂ ਤੋੜਨਾ ਚਾਹੀਦਾ, ਕਿਉਂਕਿ ਇਹ ਰੱਬ ਦੇ ਰੂਪ ਨੇ ਅਸਲੀ। ਪਰ ਅਸੀਂ ਸੰਗਮਰਮਰ ਦੇ ਪੱਥਰਾਂ ਹੇਠ ਅਸੀਂ ਰੱਬ ਦੀਆਂ ਬਣਾਈਆਂ ਮੂਰਤਾਂ ਨਾਲ ਸਾਡੀਆਂ ਰੁਲਦੀਆਂ, ਤੇ ਬੰਦੇ ਦੀ ਬਣਾਈ ਪੱਥਰ ਦੀ ਮੂਰਤ ਨੂੰ ਅਸੀਂ ਦੁੱਧ ਨਾਲ ਧੋਂਦੇ ਆ, ਤੇ ਉਹਦੇ ਤੇ ਅਸੀਂ ਸੋਨੇ ਦੇ ਮੁੱਕ ਚੜਾਉਂਦੇ ਆ। ਤੇ ਆ ਮਾਂ ਰਜਾਈ ਵੀ ਗੰਦੀ ਲੈ ਕੇ ਸੌਂਦੀ। ਸ਼ਰਮ ਕਰਨੀ ਚਾਹੀਦੀ ਹੈ, ਸ਼ਰਮ ਕਰਨੀ ਚਾਹੀਦੀ ਸਾਡੇ ਪੰਜਾਬ ਦੇ ਇਹਨਾਂ ਬਸਿੰਦਿਆਂ ਨੂੰ, ਜਿਹੜੇ ਆਪਦੇ ਆਪ ਨੂੰ ਲਾਡੂ ਖਾਂ ਕਹਾਉਂਦੇ ਨੇ, ਜਿਹੜੇ ਕੁਰਸੀਆਂ ਤੇ ਬੈਠ ਕੇ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਨੇ, ਜਿਹੜੇ ਗੁਰੂ ਘਰਾਂ ਦੀਆਂ ਪ੍ਰਧਾਨਗੀਆਂ ਪਿੱਛੇ ਗੁਰੂ ਸਾਹਿਬ ਦੀ ਦਿੱਤੀ ਹੋਈ ਬਖਸ਼ਿਸ਼ ਨੂੰ ਵੀ ਢਾਲ ਆਉਂਦੇ ਨੇ। ਉਹ ਗੁਰੂ ਘਰ ਬਹੁਤ ਇਨਕਮ ਹੈ ਜੀ, ਘੱਟੋ ਘੱਟ 10-12 ਲੱਖ ਰੁਪਏ ਮਹੀਨੇ ਦੀ। ਚਲੋ ਮੰਨ ਲਈ ਮੈਂ ਕਿਹਾ ਆਪਣੇ ਕਮਰਾ ਦੇ ਚੱਲ ਆਇਆ ਹੁਣ ਆਪਾਂ। ਕੀ ਕਹਿੰਦੇ ਕਮਰੇ ਨੂੰ? ਮੈਂ ਤੂੰ ਗਿਆ ਸੀ ਕਮਰਾ ਦੇਣ ਨੂੰ? ਦੇ ਦਿੰਦੇ ਮਗਰ ਨਹੀਂ ਪਾ ਦਿਓ ਕਿਤੇ ਕਿਤੇ ਨਹੀਂ ਕਮਰ ਕੀ ਕਹਿੰਦੇ ਫਿਰ? ਮੈਂ ਤਾਂ ਇੱਥੇ ਕਹਿੰਦੀ ਇੰਨਾ ਚ ਪਾ ਦੇ ਨਹੀਂ ਮੈਂ ਕਮਰਾ ਤੂੰ ਮੰਗਿਆ ਸੀ ਇਹਨਾਂ ਤੋਂ? ਉਹਨੂੰ ਦਿੰਦੇ ਕੀ ਕਹਿੰਦੇ ਨਹੀਂ ਦੇਣਾ? ਜਿੰਨੇ ਹੀ ਦੇਖਣਾ ਪੁੱਛਣਾ ਜੇ ਤੈਨੂੰ ਅੰਦਰ ਕਮਰਾ ਦਵਾ ਦਈਏ ਵਧੀਆ, ਕਮਰਾ ਅੰਦਰ ਪੈਣ ਕਰਨ ਨੂੰ ਵਧੀਆ, ਤੇ ਹੈ ਹੀ ਨਹੀਂ ਉਹ ਦੇਣਗੇ ਆਪੇ, ਜਿੱਥੇ ਮਰਜ਼ੀ ਦੇਣ, ਚਾਹੇ ਛੋਟਾ ਜਿਹਾ ਦੇਣ। ਨਹੀਂ ਇੱਕ ਮਤਲਬ ਪਾ ਕੇ ਤਾਂ ਦੇ ਸਕਦੇ ਨੇ, ਕਮਰਾ ਹੈ ਹੀ ਨਹੀਂ। ਕਿੱਧਰ ਗਏ ਕਮਰੇ? ਅੰਦਰ 30 ਕਮਰੇ ਆ ਬੇਬੇ, 30। ਉਹ ਵੱਡੇ ਵੱਡੇ ਆਏ ਗਏ ਬਾਅਦ ਚ ਤੈਨੂੰ ਵੀ ਦੇਣਗੇ ਇੱਕ, ਤੂੰ ਵੀ ਆਈ ਗਈ ਹੋਈ ਆ ਬੇਬੇ। ਮਤਲਬ ਛੋਟਾ ਜਿਹਾ ਲਊਂਗਾ ਤੈਨੂੰ ਦਵਾ ਦਈਏ ਕਮਰਾ ਇੱਕ। ਫਿਰ ਦੇਖੀਏ ਇੱਧਰ ਨਾ ਮਾਰੀ ਤੂੰ। ਮਾਂ ਗੁਰਦੁਆਰਿਆਂ ਨਾਲ ਗੱਲ ਕਰੀਏ, ਤੈਨੂੰ ਕਮਰਾ ਲੈ ਦਈਏ। ਉਹਨਾਂ ਨੂੰ ਪੁੱਛ ਸੁੱਖੇ ਉਹਨਾਂ ਨੂੰ? ਹਾਂ ਨਹੀਂ ਉਹ ਕਾਵਰ ਨੂੰ ਪੁੱਛਣਾ ਉਹਨਾਂ ਨੂੰ ਕੀ ਪੁੱਛੀਏ? ਉਹ ਤੈਨੂੰ ਲੈ ਕੇ ਤਾਂ ਜਾਣਾ ਨਹੀਂ ਚਾਹੁੰਦੇ ਹੋ। ਨਾ ਮੈਂ ਜਾਂਦੀ ਨਹੀਂ ਮਾਂ ਜੇ ਤੇਰਾ ਪੁੱਤ ਲੈਣ ਆ ਜਾਵੇ ਤੂੰ ਜਾਏਂਗੀ ਨਹੀਂ? ਮੇਰਾ ਤਾਂ ਪੁੱਛੇ ਦੁੱਕਾ ਨਹੀਂ ਆਉਂਦਾ ਨਹੀਂ ਜੇ ਆ ਜਾਣ ਲੈਣ ਤੈਨੂੰ ਫਿਰ ਚਲੇ ਜਾਏਂਗੀ? ਨਹੀਂ ਆਉਂਦਾ? ਬਿੱਟੂ ਆਜੂ ਬਿੱਟੂ ਦੇ ਕਿੰਨੇ ਮੁੰਡੇ ਆ ਮਾਂ? ਬਿੱਟੂ ਦੇ ਆ ਮੇਰਾ ਉਹ ਦੋਤਾ ਉਹ ਰੰਦਾ ਬਿੱਟੂ ਦੋਤਾ ਤੇਰਾ ਉਹ ਬੋਲੇ ਸੀ ਮੇਰੇ ਕੋਲ ਦੋਤਾ ਵੀ ਤੂੰ ਪਾਲਿਆ? ਮੇਰੇ ਮੋਢੇ
ਉਹਦਾ ਕੀ ਨਾਂ ਆ? ਦੋਤੇ ਦਾ ਪਿੰਡ ਕਿਹੜਾ ਮਾਂ ਹੈ ਜੀ ਤਾਜੋ ਅੱਜ ਨਾਲ ਹੀ ਤਮੇ ਦੇ ਨਾਲ ਤਾਜੋ। ਉਹ ਵੀ ਪੜਿਆ ਲਿਖਿਆ ਮਾਂ ਦੋਤਾ ਤੈਨੂੰ ਲੈ ਕੇ ਜਾਊਗਾ ਉਹ ਵਿਆਹ ਹੋਇਆ ਵਿਆਹ ਦਾ ਕਰਨ ਆਕ ਮਾਰ ਕੇ ਸੁਣ ਜਾਂਦੀ ਹੈ ਤਾਂ ਅੱਜ ਤੋਂ ਸੁਣ ਜਾਂਦੀ ਸਾਰਾ ਤੇਰੇ ਨਾਲ ਗੱਲ ਕਰਦੇ ਨੇ ਬੰਦੇ ਆਏ ਨੇ ਮੈਨੂੰ ਇਹ ਮਾਰੇ ਇੰਤਜ਼ਾਰ ਕਰਕੇ ਨਾ ਆਇਆ। ਕੀ ਕਹਿੰਦਾ ਬਿੱਟੂ ਪੈਸੇ ਮੰਗਦਾ ਬਿੱਟੂ ਕਹਿੰਦਾ ਹਾਂ ਜ਼ਮੀਨ ਨਹੀਂ ਆ ਗਿਆ ਤੇ ਸਾਰੀ 6 ਦੇ 6 ਕਿੱਲੇ ਵੇਚ ਗਿਆ ਹੋਰ ਉਹ ਮੇਰੀ ਜਮਾਈ ਸਾਰਿਆ ਜੋਰਾ ਸਿੰਘ ਨਾ ਜਮਾਈ ਦੀ ਜਿਹੜਾ ਮੇਰਾ ਉਹ ਖਾ ਗਿਆ ਇਹ ਜਿਹੜੇ ਤੇਰੇ ਸਹੁਰਿਆਂ ਦੀ ਜ਼ਮੀਨ ਸੀ ਤੇਰੇ ਮੁੰਡਿਆਂ ਦੀ 6 ਕਿੱਲੇ ਉਹ ਉਹਨਾਂ ਕੋਲ ਨਹੀਂ ਹੈਗੇ ਨੇ ਹਾਂ ਉਹ ਕੀ ਖਾਣਾ ਉਹ ਤਾਂ ਨਹੀਂ ਵੇਚੀ ਨਾ, ਉਹ ਨਹੀਂ ਵੇਚੀ। ਤੇਰਾ ਘਰ ਵਾਲੇ ਦਾ ਨਾਂ ਜੋਰਾ ਸਿੰਘ ਸੀ ਨਾ ਕਾਨੂੰ ਪੁੱਛ ਲਾ ਉਹਨਾਂ ਨੂੰ ਪੁੱਛਣਾ ਮੈਂ ਨਹੀਂ ਦੱਸਦੀ ਉਹ ਗੁਰਬਖਸ਼ ਸੀਗਾ ਗੁਰਬਖਸ਼ ਮੈਂ ਨਹੀਂ ਕਾਲੇ ਮੂੰਹ ਲਿਆ ਮੇਰੇ ਤਾਏ ਦਾ ਪੁੱਤਰਾ ਅੱਛਾ ਬਸ ਜੀ ਜਿਹੜੇ ਗੱਲਾਂ ਕਰਨ ਤੋਂ ਜੀ ਨਹੀਂ ਹਟਦਾ ਮਾਤਾ ਇੱਕ ਇੱਥੇ ਵੀ ਪਈ ਹੁੰਦੀ ਹੈ ਜੀ ਆਪਣੇ। ਕਰੀ ਜਾਈਏ ਵਿਗਿਆਨ ਮੰਦਿਰ ਕੋਲੇ। ਪਰ ਜਿੰਨਿਆਂ ਨੇ ਵੀ ਤੁਸੀਂ ਦੇਖੀਆਂ ਇਹ ਗੱਲਾਂ ਸੁਣੀਆਂ ਆਪਣੇ ਦਿਲ 'ਚ ਵਸਾਇਓ ਆਪਣੇ ਮਨ 'ਚ ਵਸਾਇਓ ਸੋਚਿਓ ਕਿ ਸਾਡੇ ਪੰਜਾਬ ਦੀ ਪੰਜਾਬ ਕੌਰ ਮਾਂ ਇਹਦਾ ਨਾਂ ਨਹੀਂ ਇਹਨੇ ਦੱਸਿਆ ਪਰ ਸੋਚੋ ਪੰਜਾਬ ਕੌਰ ਹੀ ਹੈ ਇਹ ਪੰਜਾਬ ਇਹਨੇ ਸਿਰਜਿਆ ਪਰ ਪੰਜਾਬ ਨੂੰ ਸਿਰਜਣ ਵਾਲੀ ਮਾਂ ਅੱਜ 5 ਧੀਆਂ ਪੁੱਤਾਂ ਦੀ ਮਾਂ ਜਿਹਨੇ 5 ਧੀ ਪੁੱਤ ਪਾਲੇ ਪਰ 5 ਧੀਆਂ ਪੁੱਤਾਂ ਤੋਂ ਇੱਕ ਮਾਂ ਨਹੀਂ ਪਾਲ ਹੋਈ ਸੋਚਿਓ ਵਿਚਾਰਿਓ ਸਾਡੇ ਗੁਰੂ ਘਰ ਤੋਂ ਇੱਕ ਮਾਂ ਨਹੀਂ ਸਾਂਭ ਹੋਈ ਸੋਚਿਓ ਵਿਚਾਰਿਓ ਜ਼ਰੂਰ 30 ਕਮਰੇ ਆ ਪਰ ਇੱਕ ਮਾਂ ਵਾਸਤੇ ਕਮਰਾ ਨਹੀਂ ਖੋਲਿਆ ਸੋਚਿਓ ਜ਼ਰੂਰ ਵਿਚਾਰਿਓ ਜ਼ਰੂਰ ਦੇਖਿਓ ਜ਼ਰੂਰ ਜਿਹੜੇ ਗੁਰੂ ਘਰ ਤੁਸੀਂ 5100 ਦੀ 2100 ਦੀ 51000 ਦੀ ਦੇਖ ਕਰਾਉਣ ਜਾਂਦੇ ਹੋ ਕਿਤੇ ਉਹਦੇ ਗੁਰੂ ਘਰ ਦੇ ਗੇਟ ਦੇ ਬਾਹਰ ਕਿਤੇ ਪੰਜਾਬ ਕੌਰ ਤਾਂ ਨਹੀਂ ਪਈ ਦੇਖਿਓ ਪੁੱਛਿਓ ਅੰਦਰ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਵੀ ਜਿਹੜਾ 51000 ਰੁਪਇਆ ਮੈਂ ਅੰਦਰ ਦੇਣਾ ਮੈਂ ਉਹ ਮਾਂ ਨੂੰ ਦੇ ਦਾਂ ਜਿਹੜੀ ਬਾਹਰ ਪਈ ਆ ਮੈਂ ਉਹਨੂੰ ਕਮਰਾ ਪਾ ਕੇ ਦੇ ਦਾਂ ਕਿਤੇ ਜਿਹੜੀ ਬਾਹਰ ਪਈ ਆ ਕਿ ਤੁਸੀਂ ਦਿਓਗੇ ਕਮਰਾ ਤੇ ਫਿਰ ਸ਼ਾਇਦ ਉਹ ਮੰਨਣ ਵੀ ਯਾਰ 51000 ਜਾਂਦਾ ਸਾਡਾ ਵੀ ਮਾਤਾ ਨੂੰ ਅੰਦਰ ਪਾ ਲਈਏ ਤੇ ਮਾਂ ਠੰਡ ਤੋਂ ਬਚ ਜਾਵੇ ਸ਼ਾਇਦ ਇਸ ਗੁਰੂ ਘਰ 'ਚ ਬਥੇਰੇ ਲੋਕ ਆਉਂਦੇ ਨੇ ਚੜਾਵਾ ਦੇਣ ਪਰ ਉਹਨਾਂ ਨੇ ਮਾਂ ਨਹੀਂ ਦਿੱਤੀ ਉਹਨਾਂ ਨੇ ਖੋਪੇ ਚਾੜੇ ਜਿਹੜੇ ਗਧੇ ਦੇ ਲਾਏ ਹੁੰਦੇ ਨਾ ਖੋਪੇ ਸਿੱਧਾ ਮੂੰਹ ਨੂੰ ਦੇਖਣ ਵਾਲੇ ਉਹ ਚਾੜੇ ਹੁੰਦੇ ਆ ਉਹ ਆਸੇ ਪਾਸੇ ਦੇਖਦੇ ਨਹੀਂ ਉਹ ਸਿਰਫ ਉਹਨਾਂ ਦਾ ਟਾਰਗੇਟ ਵੀ ਮੇਰਾ ਪੋਤਾ ਕੈਨੇਡਾ ਅਮਰੀਕਾ ਚਲੇ ਜਾਏ ਮੇਰਾ ਪੁੱਤ ਪਾਸ ਹੋ ਜੇ ਮੇਰੀ ਧੀ ਬਾਹਰ ਚਲੀ ਜਾਵੇ ਉਹਨਾਂ ਦੇ ਉਹ ਖੋਪੇ ਚੜੇ ਹੁੰਦੇ ਆ ਉਹਨਾਂ ਨੇ ਅੰਦਰ ਸੋਚਿਆ ਹੁੰਦਾ ਘਰੋਂ ਤੁਰਨ ਤੋਂ ਪਹਿਲਾਂ ਹੀ ਵੀ 5100 ਰੁਪਏ ਦੀ ਦੇਗ ਮੈਂ ਫਲਾਣੇ ਗੁਰਦੁਆਰੇ ਕਰਾਉਣੀ ਜਾ ਕੇ ਤੇ ਉਹ ਕਰਾ ਕੇ ਹੀ ਹਟਦੇ ਆ ਪਰ ਉਹਨਾਂ ਨੂੰ ਇਹ ਮਾਵਾਂ ਨਹੀਂ ਦਿਖਦੀਆਂ ਇਹ ਤੁਸੀਂ ਜਾ ਕੇ ਦੇਖਿਓ ਦਰਬਾਰ ਸਾਹਿਬ ਦੇ ਬਾਹਰ ਤੁਸੀਂ ਜਾ ਕੇ ਦੇਖਿਓ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਪਟਿਆਲੇ ਤੁਸੀਂ ਜਾ ਕੇ ਦੇਖਿਓ ਅਨੰਦਪੁਰ ਸਾਹਿਬ ਦੇ ਬਾਹਰ ਤੁਸੀਂ ਜਾ ਕੇ ਦੇਖਿਓ ਜਿਹੜੇ ਮਰਜ਼ੀ ਗੁਰੂ ਘਰ 'ਚ ਵੱਡੇ 'ਚ ਉੱਥੇ ਇਹ ਮਾਵਾਂ ਸੜਕਾਂ ਤੇ ਬੈਠਣਗੇ ਤੁਹਾਨੂੰ ਇੱਕ ਨਹੀਂ ਇੱਕ ਦੀ ਗੱਲ ਨਹੀਂ ਕਰਦੇ ਅਸੀਂ ਜਿਹੜੇ ਮਰਜ਼ੀ ਵੱਡੇ ਗੁਰੂ ਘਰ ਚਲੇ ਜਾਓ ਪਰ ਤੁਹਾਨੂੰ ਦੇਖਣ ਵਾਲੀ ਤੁਹਾਡੀ ਅੱਖ ਚਾਹੀਦੀ ਹੈ ਬਸ ਜੇ ਤੁਹਾਡੀ ਦੇਖਣ ਵਾਲੀ ਅੱਖ ਹੈ ਨਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜੇ ਜੋ ਲਿਖਿਆ ਜੇ ਤੁਸੀਂ ਉਹਨੂੰ ਮੰਨਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦੀ ਲੋੜ ਨਹੀਂ ਉਹਦੀਆਂ ਗੱਲਾਂ ਮੰਨਣ ਦੀ ਲੋੜ ਆ ਅੱਜ ਵਿਸ਼ਾ ਇਹ ਆ ਵੀ ਸਾਡੇ ਗੁਰੂ ਘਰਾਂ 'ਚ ਸੋਨਾ ਕਿੰਨਾ ਚੜਿਆ ਇਹ ਨਹੀਂ ਸਾਡੇ ਗੁਰੂ ਘਰਾਂ ਦੇ ਬਾਹਰ ਬੈਠੀਆਂ ਸਾਡੀਆਂ ਮਾਵਾਂ ਕਿੱਦਾਂ ਰੌਂਦੀਆਂ ਇਹ ਆ ਸਾਡੇ ਸ਼੍ਰੋਮਣੀ ਕਮੇਟੀ ਨੂੰ ਅੱਜ ਇਹ ਸੋਚਣਾ ਚਾਹੀਦਾ ਵੀ ਕਿੱਥੇ ਕਿਹੜੇ ਗੁਰਦੁਆਰਾ ਸਾਹਿਬ ਦੀ ਵੱਧ ਜ਼ਮੀਨ ਆ ਉਹਦੇ ਨਾਲ ਅਟੈਚ ਕਰਕੇ ਇੱਕ ਸੁਪਨਿਆਂ ਦਾ ਘਰ ਇੱਕ ਬਜ਼ੁਰਗਾਂ ਦਾ ਘਰ ਬਣਾ ਦਈਏ ਵੀ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੇ ਤਾਂ ਬੱਚਿਆਂ ਮਾਂ ਪਿਓ ਨੂੰ ਸਾਂਭਣਾ ਬੰਦ ਕਰਤਾ ਤੇ ਗੁਰੂ ਹੀ ਸਾਂਭ ਦੇਵੇ ਤੇ ਗੁਰੂ ਘਰ ਹੀ ਸਾਂਭ ਦੇਵੇ ਹੁਣ ਗੁਰੂ ਨੇ ਕਿਤੇ ਆਪ ਆਉਣਾ ਗੁਰੂ ਸਾਹਿਬ ਨੇ ਸਾਡੇ ਵਿੱਚ ਦੀ ਆਉਣਾ ਤੁਹਾਡੇ ਦਿਲਾਂ 'ਚ ਬੈਠਾ ਹੋ ਤੁਹਾਡੇ ਦਿਲ 'ਚੋਂ ਆਵਾਜ਼ ਆਉਣੀ ਆ ਪਰ ਤੁਸੀਂ ਦਿਲ ਨੂੰ ਆਪਦੇ ਨੂੰ ਮਾਰ ਲਿਆ ਤੁਸੀਂ ਦਿਲ ਦੇ ਵਿੱਚ ਇੰਨੇ ਕੜਤਣਾ ਇੰਨਾ ਲਾਲਚ ਭਰ ਲਿਆ ਗੁਰੂ ਸਾਹਿਬ ਖਤਮ ਹੋ ਗਏ ਗੁਰੂ ਸਾਹਿਬ ਦੱਬ ਤੇ ਤੁਸੀਂ ਥੱਲੇ ਤੁਹਾਡੇ ਦਿਲ 'ਚੋਂ ਆਵਾਜ਼ ਹੀ ਨਹੀਂ ਆਉਂਦੀ ਤੁਹਾਡੇ ਦਿਲ 'ਚੋਂ ਉਹ ਆਵਾਜ਼ ਹੀ ਨਹੀਂ ਨਿਕਲਦੀ ਜਿਹੜੀ ਇਸ ਮਾਂ ਦੇ ਹੱਕ 'ਚ ਆਉਂਦੀ ਤੁਹਾਡੇ ਦਿਲ 'ਚੋਂ ਉਹ ਆਵਾਜ਼ ਹੀ ਨਹੀਂ ਨਿਕਲਦੀ ਜਿਹੜੀਆਂ ਇਦਾਂ ਦੀਆਂ ਮਾਵਾਂ ਇਦਾਂ ਦੇ ਪਿਓ ਇਦਾਂ ਦੇ ਬੱਚੇ ਸਾਡੇ ਪੰਜਾਬ ਦੇ ਧੀਆਂ ਪੁੱਤ ਸੜਕਾਂ ਤੇ ਰੋਂਦੇ ਨੇ ਉਹਨਾਂ ਵਾਸਤੇ ਤੁਸੀਂ ਕੁਝ ਬਣਾ ਕੇ ਦੇ ਸਕਦੇ ਹੋ
ਤੁਹਾਡੇ ਦਿਲ 'ਚੋਂ ਆਵਾਜ਼ ਹੀ ਨਹੀਂ ਆਉਂਦੀ। ਅੰਮ੍ਰਿਤਸਰ ਤੋਂ ਇੱਕ ਮਾਂ ਨੂੰ ਲੈ ਕੇ ਆਏ, ਪ੍ਰਕਰਮਾਂ 'ਚ ਪਈ ਗੀਤਾ ਮਾਤਾ ਬਿਨਾਂ ਕੱਪੜਿਆਂ ਤੋਂ, ਕੋਲ ਦੀ ਨਿੰਗੀ ਜਾਂਦੇ ਆ ਬਰਛੇ ਵਾਲੇ ਸਿੰਘ, 3 ਦਿਨ ਮਾਂ ਉੱਥੇ ਪਈ ਰਹੀ। ਅੰਮ੍ਰਿਤਸਰ ਤੋਂ ਕਦੇ ਇੱਕ ਹੋਰ ਭੈਣ ਨੂੰ ਲੈ ਕੇ ਆਏ ਤੰਤਰ ਪੱਟੀ ਵਾਲੇ ਰੋਡ ਤੋਂ, ਬਿਨਾਂ ਕੱਪੜਿਆਂ ਤੋਂ ਭੈਣ ਉੱਥੇ ਪਈ। ਉਹਦੇ ਨਾਲ ਹਰ ਰੋਜ਼ ਰਾਤ ਨੂੰ ਜ਼ਿੰਦਗੀ ਆਉਂਦੀ, ਪਰ ਕੋਈ ਉਹਦਾ ਸਾਥ ਦੇਣ ਵਾਲਾ, ਕੋਈ ਉਹਨੂੰ ਪੁੱਛਣ ਵਾਲਾ ਨਹੀਂ, ਕੋਈ ਉਹਦੇ ਨਾਲ ਖੜਨ ਵਾਲਾ ਨਹੀਂ। ਤੇ ਇਦਾਂ ਦੀਆਂ ਐਗਜ਼ਾਮਪਲਾਂ ਪਤਾ ਹੀ ਨਹੀਂ ਕਿੰਨੀਆਂ ਮਾਵਾਂ ਸੜਕਾਂ ਤੇ ਰੋਲਦੀਆਂ, ਪੁੱਤ ਅਫਸਰ ਲੱਗੇ ਹੋਏ ਨੇ, ਧੀਆਂ ਲੈਕਚਰਾਂ ਲੱਗੀਆਂ ਹੋਈਆਂ, ਪਰ ਕੋਈ ਨਹੀਂ ਪੁੱਛਦਾ। ਸਾਡੇ ਕੋਲੇ ਮਾਤਾ ਸਰਜੀਤ ਕੌਰ ਜਿਹਦਾ ਪੁੱਤ ਅਫਸਰ ਲੱਗਿਆ, ਜਿਹਦੀਆਂ ਧੀਆਂ ਦੋਨੇ ਲੈਕਚਰਾਂ ਲੱਗੀਆਂ, ਜਿਹਦਾ ਜਵਾਈ ਵਾਈਸ ਚਾਂਸਲਰ ਹੋਵੇ ਯੂਨੀਵਰਸਿਟੀ ਦਾ, ਕੀ ਸਿੱਖਿਆ ਦੇਣਗੇ ਉਹ ਬੱਚਿਆਂ ਨੂੰ ਜਿਹੜੇ ਆਪਦੇ ਮਾਂ ਪਿਓ ਨੂੰ ਸੇਧ ਲੈਣ ਦੀ ਲੋੜ ਆ ਇਹਨਾਂ ਮਾਵਾਂ ਦੀਆਂ ਗੱਲਾਂ ਤੋਂ ਜਿਹੜੀਆਂ ਅੱਜ ਇਹਨੇ ਕੀਤੀਆਂ ਬੇਬੇ ਨੇ। ਚਾਹੇ ਇਹਨੂੰ ਲੋਕ ਕਮਲੀ ਕਹਿੰਦੇ ਆ, ਪਰ ਸਿੱਧੀ ਗੁਰੂ ਸਾਹਿਬ ਨਾਲ ਗੱਲ ਕਰਦੀ ਹੈ ਬੇਬੇ, ਗੁਰੂ ਸਾਹਿਬ ਦੇ ਬੱਚਿਆਂ ਨੂੰ ਬੁਲਾਉਂਦੀ ਆ। ਕਹਿੰਦੀ ਮੈਨੂੰ ਖਤਰਾ ਵਾ, ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਬੁਲਾ ਕੇ ਕਹਿੰਦੀ ਜੁਝਾਰ ਆ ਜਾ, ਫਤਿਹ ਸਿੰਘ ਆ ਜਾ, ਤੁਹਾਨੂੰ ਹੱਕਾਂ ਨਹੀਂ ਮਾਰਦੀ ਇਹ। ਮਾਂ ਕਹਿੰਦੀ ਮੈਨੂੰ ਪੈਸੇ ਨਹੀਂ ਚਾਹੀਦੇ ਸੀ, ਪੈਸੇ ਦਿੰਦੇ ਸੀ, ਮਾਂ ਨੇ ਪੈਸੇ ਹੱਥ ਵੀ ਨਹੀਂ ਲਾਇਆ ਪੈਸਿਆਂ ਨੂੰ। ਨਾਲੇ ਦਾ ਇਹ ਰੱਜੀਆਂ ਹੋਈਆਂ ਰੂਹਾਂ, ਇਹਨਾਂ ਨੂੰ ਪੈਸੇ ਨਹੀਂ ਚਾਹੀਦੇ। ਪੈਸੇ ਬਾਅਦ ਹੋ ਗਏ ਪੰਜਾਬ ਕਰੇ ਤੇਰੇ ਕੋਲ ਇੰਨੇ ਪੈਸੇ ਆ, ਤੇਰਾ ਪੰਜਾਬ ਫੇਰ ਭੁੱਖਾ ਮਰਦਾ ਗਰੀਬ, ਤੇਰੇ ਪੰਜਾਬੀ ਫੇਰ ਅੰਦਰ ਜੇਬ ਨਹੀਂ ਬਣ ਦਿੰਦੀ ਹੈ ਬੇਬੇ ਪੈਸੇ। ਹੋਰ ਸਿੱਖ ਆਈ ਹੈ ਤਾਂ ਵਧੀਆ ਮੁਕਤਾ ਰਹੀ। ਬੇਬੇ ਅਮਰਤ ਵੀ ਛਕਿਆ ਆਇਆ। हाँ किरपान भाई है। ਕਿੱਥੋਂ? ਅੱਛਾ मेरे पीछे दिन आया, फिर मैं हुजूर साहब भागी, ਅੱਛਾ फिर उसे सिखाਉਂਦੇ ਮੈਨੂੰ ਨਹੀਂ ਕਿੱਥੇ ਜਾਂਦਾ ਇੱਥੇ ਪੈਸੇ ਮੰਗੇ ਉਹਨਾਂ ਨੇ। ਹਾਂ ਪੈਸੇ ਮੈਂ ਭਾਜੀ ਕਰਦਾ ਅੱਛਾ ਜੀ, ਫਿਰ ਉਹਨਾਂ ਨੇ ਦਬਾਰੇ ਵਾਹ ਬੇਬੇ ਮਾਂ ਮੇਰੀਏ ਕਿਤੇ ਦਾ ਅੱਛਾ ਪਿੱਛੇ ਦਾ ਇਹ ਤੇ ਗੀਤਾ ਲੈਣੀ ਹੈ, ਕੁਰਾਨ ਲੈਣਾ ਫ੍ਰੀ ਮਿਲਦਾ, ਗੁਟਕਾ ਸਾਹਿਬ ਲੈਣਾ ਮੁੱਲ ਲੈਣਾ। ਮੈਂ ਨਾ ਜਦ ਮੈਂ ਨਾ ਉੱਥੇ ਦਾ ਨਹੀਂ ਗੁਰੂ ਸਾਹਿਬ ਦਾ ਵੀ 2300 ਰੁਪਇਆ ਰੇਟ ਰੱਖਿਆ ਨਾ, ਗੁਰੂ ਗ੍ਰੰਥ ਸਾਹਿਬ ਲੈ ਕੇ ਆਉਣਾ। ਸਾਰੇ ਤਾਂ ਮੈਨੂੰ ਨਹੀਂ ਮੈਨੂੰ ਨਹੀਂ ਬੈਠੇ ਮਾਂ ਹੁਣ ਤੇ ਸ਼੍ਰੀ ਸਾਹਿਬ ਪਾਇਆ ਹੈ ਗਾਤਰਾ। पाया 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 भाई पाया हमरे छक्या मां ने। हाँ और देखो ਪੰਜੇ ਕਕਾਰ ਪੂਰੇ ਆ ਬੇਬੇ ਦੇ, ਪੰਜੇ ਕਕਾਰਾਂ ਪੂਰੀਆਂ ਬੇਬੇ। पूरियां ਕੰਗਾ ਸਵੇਰੇ ਲਾਲ ਵੀ लाल पई है, कंगा रोज डेली कर दी है। ਆ ਦੇਖ ਲਓ ਜਥੇਦਾਰੋ, ਦੇਖ ਲਓ ਪ੍ਰਧਾਨੋ, ਸ਼ਰਮ ਖਾ ਲਓ ਕੁਛ। ਗੁਰੂ ਦੀ ਸਿੱਖਾ ਮਾਂ ਸ਼੍ਰੀ ਸਾਹਿਬ ਪਾਇਆ ਮਰ ਸਕਿਆ ਮੇਰੀ ਬੇਬੇ। माला भी रखती है। ਇੱਥੇ ਸੜਕ ਤੇ ਬੈਠ ਕੇ ਵੀ ਮਰਿਆਦਾ, ਮੇਰਾ ਭਾਈ ਸੜਕ ਤੇ ਬੈਠ ਕੇ ਵੀ ਮਰਿਆਦਾ। ਮਾਂ ਰੋਜ਼ ਇਸ਼ਨਾਨ ਕਰਕੇ ਆਉਣੇ ਫਿਰ। ਆਈ ਕਰਦੀ ਆ ਮੈਂ ਝੂਠ ਬੋਲਾ ਤੜਕੇ ਉੱਠਦੀ ਆ ਹੂੰ ਅੱਛਾ 5 ਇਸ਼ਨਾਨਾਂ ਕਰ ਲੈਣੇ। ਸਾਰਾ ਤੋਂ ਲੈਣੀ ਆ ਹੂੰ ओके फिर मैं मुँह तो नहीं मुँह तो के फिर पानी पाके ना ਜਿਹੜੇ ਕਿ 5 ਇਸ਼ਨਾਨਾਂ फिर मैं क्या करते पाला करता ਉਹ ਵਾਹਿਗੁਰੂ ਕੀ ਕਹੀ ਜਾਈਏ, ਹੋਰ ਸਾਰੀ ਰਾਤ ਚੱਲੀ ਜਾਈਏ ਆਪਾਂ ਇੱਥੇ ਲਾਈਵ ਤੇ ਤੁਸੀਂ ਦੇਖੀ ਚੱਲੋ, ਪਰ ਸਾਨੂੰ ਫਰਕ ਫੇਰ ਵੀ ਪਾਉਣੀ ਪੈਂਦਾ। ਅਸੀਂ ਇੱਥੋਂ ਗਏ ਕਿ ਸਭ ਭੁੱਲ ਜਾਣਾ ਲੋਕਾਂ ਨੇ ਗੱਲ। ਆ ਵੀਡੀਓ ਬੰਦ ਹੋਈ, ਸਭ ਲੋਕਾਂ ਨੇ ਭੁੱਲ ਜਾਣਾ ਵੀ ਕੌਣ ਆ ਪੰਜਾਬ ਕੌਰ। ਇਹਨੂੰ ਪੰਜਾਬ ਕੌਰ ਸਮਝਿਓ, ਇਹਨੇ ਪੰਜਾਬ ਨੂੰ ਜਨਮ ਦਿੱਤਾ, ਇਹ ਸਮਝੋ। ਇਹ ਮਾਂ ਉਹ ਆ ਜਿਹਨੇ ਪੰਜਾਬ ਨੂੰ ਜਨਮ ਦਿੱਤਾ, ਜਿਹਨੇ ਹਰੀ ਸਿੰਘ ਨਲੂਏ ਵਰਗੇ ਯੋਧੇ ਜੰਮੇ, ਜਿਹਨੇ ਸ਼ਹੀਦ ਭਗਤ ਸਿੰਘ ਵਰਗੇ ਯੋਧੇ ਜੰਮੇ, ਜਿਹਨੇ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਜੰਮੇ। ਪਰ ਅੱਜ ਮਾਂ ਆ ਬੈਠੀ ਆ, ਸ਼੍ਰੀ ਸਾਹਿਬ ਪਾਇਆ, ਅੰਮ੍ਰਿਤ ਛਕਿਆ, 5 ਇਸ਼ਨਾਨਾਂ ਕਰਦੀ ਆ, ਪਾਲਾ ਲੱਗਦਾ ਸੜਕ ਤੇ ਪਈ ਹੈ। ਤੇ ਗੁਰੂ ਘਰ 'ਚ 5 ਇਸ਼ਨਾਨਾਂ ਕਰਕੇ ਆਉਂਦੀ ਆ ਰੋਜ਼। ਉੱਥੇ ਕਰਦੀ ਫਿਰਦੇ ਪਾਣੀ ਵਾਲੀ ਜੀ ਉਹ ਕੋਲ ਆਇਆ ਪਾਣੀ ਵਾਲੀ ਟੂਟੀ ਲੱਗੀ ਆ। ਅੰਦਰ ਤੋਂ ਜਾਂਦੀ ਨਹੀਂ ਗੁਰੂ ਘਰ ਤੋਂ। ਅੱਛਾ ਅੰਦਰ ਵਿੱਚ ਦਰਬਾਰ ਸਾਹਿਬ 'ਚ ਮੱਥਾ ਟੇਕ ਕੇ ਆਉਣੇ ਨੇ।
ਨਿਸ਼ਾਨ ਸਾਹਿਬ ਨੂੰ ਪਤਾ ਲੱਗਿਆ अंदर भी लगा के मतलब पानी मंजूर ਪੌੜੀਆਂ ਨਹੀਂ ਚੜਿਆ ਜਾਂਦਾ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਥੋੜਾ ਜਿਹਾ, ਕਿਉਂਕਿ ਇਹਦੇ ਪਰਿਵਾਰ ਤੱਕ ਪਹੁੰਚ ਜਾਵੇ, ਇਹਦੇ ਰਿਸ਼ਤੇਦਾਰਾਂ ਤੱਕ ਸ਼ਾਇਦ ਕੋਈ ਤਾਂ ਸਮਝ ਲਵੇ ਇਸ ਗੱਲ ਨੂੰ। ਕਿਸੇ ਨੂੰ ਤਾਂ ਸ਼ਰਮ ਆ ਜਾਵੇ ਵੀ ਯਾਰ ਇਹ ਮਾਂ ਵਾ, ਕਿਸੇ ਦੀ ਭੂਆ, ਕਿਸੇ ਦੀ ਚਾਚੀ, ਕਿਸੇ ਦੀ ਤਾਈ, ਕਿਸੇ ਦੀ ਮਾਸੀ, ਕੁਛ ਤਾਂ ਹੈ, ਕਿਸੇ ਦੀ ਭੈਣ ਆ, ਕੁਛ ਤਾਂ ਹੈ ਕਿਸੇ ਦੀ। ਸ਼ਾਇਦ ਤੁਸੀਂ ਸ਼ੇਅਰ ਕਰੋ ਤੇ ਸ਼ਾਇਦ ਕਿਸੇ ਨੂੰ ਸਮਝ ਆ ਜਾਵੇ, ਸ਼ਾਇਦ ਤੁਹਾਡੀ ਸ਼ੇਅਰ ਕੀਤੀ ਵੀਡੀਓ ਕਿਸੇ ਦੀ ਦੁਆ ਕੰਮ ਆ ਜੇ ਇਸ ਮਾਂ ਦੀ, ਸ਼ਾਇਦ ਇਸ ਪੰਜਾਬ ਕੋਲ ਦਾ ਪੰਜਾਬ ਸੁਧਰ ਜਾਵੇ। ਤੁਹਾਡੀ ਕਿਸੇ ਅਰਦਾਸ ਕੀਤੀ ਨਾਲ ਸਾਡੇ ਪੰਜਾਬ ਦੇ ਲੋਕਾਂ ਨੂੰ ਸਮਝ ਆ ਜਾਵੇ ਵੀ ਯਾਰ ਸਾਡੀਆਂ ਪੰਜਾਬ ਕੋਲ ਵਰਗੀਆਂ ਮਾਵਾਂ ਸੜਕਾਂ ਤੇ ਸ਼ੇਅਰ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ। ਜੇ ਤੁਹਾਡੀ ਜ਼ਮੀਰ ਜਾਗਦੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜੇ ਕਿਸੇ ਦੀ ਹੈਗੀ ਆ ਮਾਂ ਤੇ ਨਹੀਂ, ਸਾਡੀ ਤਾਂ ਹੈਗੀ ਆ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ, ਸਾਡੀ ਇਹ ਮਾਂ, ਸਾਡੀ ਇਹ ਦਾਦੀ ਆ, ਸਾਡੀ ਇਹ ਨਾਨੀ ਆ, ਸਾਡੀ ਇਹ ਚਾਚੀ ਆ, ਸਾਡੀ ਇਹ ਤਾਈ ਆ। ਇੱਦਾਂ ਦੇ ਵੀਰਾਂ ਦੀਆਂ ਜ਼ਮੀਰਾਂ ਜਾਗਦੀਆਂ ਜਿਨ੍ਹਾਂ ਨੇ ਸਾਨੂੰ ਫੋਨ ਕਰਕੇ ਦੱਸਿਆ। ਇੱਦਾਂ ਅੱਜ ਪ੍ਰਧਾਨ ਅੱਗੇ ਆ ਜਾਓ ਭਾਈ, ਇਹ ਸਾਡੇ ਟੀਮ ਦੇ ਮੈਂਬਰ ਭਾਜੀ ਹਰਪਾਲ ਸਿੰਘ ਜੀ, ਸਾਡੇ ਆਹ ਸਾਹਿਬ ਵੀ ਆ, ਇਹਨਾਂ ਨੇ ਡਿਊਟੀ ਲਾਈ, ਇਹ ਆ ਕੇ ਇੱਥੇ ਵੈਰੀਫਾਈ ਕਰਕੇ ਗਏ ਸਾਰਾ। ਇਹਨਾਂ ਨੇ ਸਾਨੂੰ ਦੱਸਿਆ ਵੀ ਵਾਕਈ ਮਾਤਾ ਦੇ ਹਾਲਾਤ ਬਹੁਤ ਮਾੜੇ ਆ, ਵਾਕਈ ਮਾਂ ਸੜਕਾਂ ਤੇ ਸੌਂਦੀ ਆ। ਪਰ ਦੁੱਖ ਇਸ ਗੱਲ ਦਾ, ਬਾਈ ਜੀ ਨਾਲ ਵੀ ਗੱਲ ਹੋਈ ਵੀ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਕਿਉਂ ਨਹੀਂ ਮਦਦ ਕੀਤੀ। ਇਹਨਾਂ ਨੂੰ ਜਾਣਕਾਰ ਨੇ ਸਾਰੇ ਕਮੇਟੀ ਦੇ ਮੈਂਬਰ। ਇਹਨਾਂ ਨੇ ਹਾਲਾਂਕਿ ਮੈਨੂੰ ਕਿਹਾ ਵੀ ਯਾਰ ਉਹਨਾਂ ਨੂੰ ਅਸੀਂ ਸਮਝਾਵਾਂਗੇ, ਗੱਲ ਕਰਾਂਗੇ ਆਪਾਂ, ਪਰ ਸਾਨੂੰ ਦੁੱਖ ਲੱਗਿਆ ਵੀ ਸਮਝਾਉਣਾ ਹੁਣ ਕਿੱਥੇ। ਹੁਣ ਤਾਂ ਬਾਬੇ ਨਾਨਕ ਨੇ ਸਾਨੂੰ ਲਾ ਕੇ ਭੇਜਤਾ ਡਿਊਟੀ, ਕਹਿੰਦਾ ਲਿਆਓ ਇਹਨੂੰ ਮੇਰੀ ਕੋਲ ਚੱਕ ਕੇ, ਕਹਿੰਦਾ ਲਿਆਓ ਆਪਣੀ ਮਾਂ ਨੂੰ ਚੱਕ ਕੇ। ਬਾਬੇ ਨਾਨਕ ਨੇ ਸਾਨੂੰ ਭੇਜਿਆ, ਅਸੀਂ ਬਾਬੇ ਨਾਨਕ ਦੇ ਹੁਕਮ ਨਾਲ ਲੈ ਕੇ ਚੱਲੇ। ਤੇ ਸਾਡੀ ਮਾਂ ਸਾਡੇ ਘਰੇ ਸੌਂ ਗਈ, ਸਾਡੇ ਸੁਪਨਿਆਂ ਦੇ ਘਰੇ ਸੌਂ ਗਈ। ਧੰਨਵਾਦ ਕਰਦੇ ਆ ਦੋਨਾਂ ਵੀਰਾਂ ਦਾ ਜਿਨ੍ਹਾਂ ਨੇ ਇਸ ਕੰਮ 'ਚ ਹੈਲਪ ਕੀਤੀ, ਜਿੰਨੇ ਆਲੇ ਦੁਆਲੇ ਖੜੇ ਨੇ ਵੀਰ, ਜਿਨ੍ਹਾਂ ਨੇ ਸਾਰਿਆਂ ਨੇ ਜਿਨ੍ਹਾਂ ਸਾਰਿਆਂ ਨੇ ਇਸ ਸੱਚ ਦੀ ਆਵਾਜ਼ ਦੇ ਨਾਲ ਹਾਂ 'ਚ ਹਾਂ ਮਿਲਾਈ। ਕਿਉਂਕਿ ਇੱਥੇ ਕੋਈ ਬੰਦਾ ਇੱਦਾਂ ਦਾ ਨਹੀਂ ਮਿਲਿਆ ਸਾਨੂੰ ਜਿਹਨੇ ਇਹ ਗੱਲ ਕਹੀ ਹੋਵੇ ਇਹ ਗਲਤ ਆ ਹੈ। ਪੁੱਤ ਤੇਰੇ ਮਾਂ ਇਕੱਲੀ ਹੋਈ ਗੱਲਾਂ ਕਰੀ ਜਾਂਦੀ ਆ, ਇਕੱਲੀ ਹੋਈ ਪੁੱਤ ਮਾਂ ਦੇ ਨੇ, ਇਕੱਲੀ ਹੋਈ ਜਿਉ ਲੈਂਦੀ ਆ, ਇਕੱਲੀ ਹੋਈ ਅਫਸਰ ਬਣਾ ਲੈਂਦੀ ਆ, ਇਕੱਲੀ ਹੋਈ ਪੜ੍ਹਾ ਲੈਂਦੀ ਆ, ਇਕੱਲੀ ਹੋਈ ਖਵਾ ਲੈਂਦੀ ਆ, ਇਕੱਲੀ ਹੋਈ ਖਾ ਲੈਂਦੀ ਆ। ਤੁਹਾਡੇ ਨਾਲ ਇਹ ਸਮਾਂ, ਤੁਹਾਡੇ ਤੇ ਇਹ ਸਮਾਂ ਨਾ ਆਵੇ। ਸਾਡੇ ਲੀਡਰਾਂ ਨੂੰ ਕਹਿੰਦੇ ਆ, ਸਾਡੇ ਉਹਨਾਂ ਨੁਮਾਇੰਦਿਆਂ ਨੂੰ ਕਹਿੰਦੇ ਆ ਜਿਹੜੇ ਇਸ ਚੀਜ਼ ਦੇ ਜ਼ਿੰਮੇਵਾਰ ਨੇ, ਚਾਹੇ ਉਹ ਧਾਰਮਿਕ ਜਥੇਬੰਦੀਆਂ, ਚਾਹੇ ਉਹ ਸਰਕਾਰਾਂ 'ਚ ਬੈਠੇ ਸਿਸਟਮ ਚਲਾਉਣ ਵਾਲੇ ਅਫਸਰ ਲੀਡਰ ਨੇ ਸਾਡੇ, ਚਾਹੇ ਉਹ ਲੋਕ ਜਿਹੜੇ ਇਸ ਚੀਜ਼ ਦੇ ਜ਼ਿੰਮੇਵਾਰ ਨੇ, ਚਾਹੇ ਮਾਤਾ ਦੇ ਮੁੰਡੇ, ਚਾਹੇ ਮਾਤਾ ਦੇ ਭੈਣ ਭਰਾ, ਚਾਹੇ ਮਾਤਾ ਦੇ ਉਹ ਪੁੱਤ ਜਿਹੜੇ ਅੰਦਰ ਗੁਰੂ ਘਰ 'ਚ ਉੱਪਰ ਦਸ਼ਮੇਸ਼ ਪਿਤਾ ਦੀ ਕਿੱਡੀ ਵੱਡੀ ਮੂਰਤ ਲਾਈ ਹੋਈ ਹੈ। ਤਾਂ ਇੱਕ ਨਗਰ ਕੀਰਤਨ ਪਤਾ ਨਹੀਂ ਪ੍ਰਥਾ ਆਪਣੇ ਦੇਖਦੇ ਦੇਖਦੇ ਚੱਲੀ ਹੈ ਪਿਛਲੇ 20 ਸਾਲਾਂ ਤੋਂ। ਪਹਿਲਾਂ ਨਗਰ ਕੀਰਤਨ ਕੋਈ ਨਹੀਂ ਸੀ ਹੁੰਦਾ। ਆਪਾਂ ਅੱਜ ਉਹਨਾਂ ਤੇ ਇੰਨਾ ਰੁਪਈਆ ਖਰਚ ਦਿੰਦੇ ਆ, ਕਰੋੜਾਂ ਰੁਪਈਆ। ਗੁਰੂ ਸਾਹਿਬ ਨੂੰ ਪੂਰੇ ਸ਼ਹਿਰ 'ਚ ਗੇੜਾ ਕਢਾ ਲਈਦਾ, ਗੁਰੂ ਸਾਹਿਬ ਨੇ ਕਿਤੇ ਗਲੀਆਂ ਨਹੀਂ ਦੇਖੀ। ਸ਼ਾਮ ਨੂੰ ਸਟੇਸ਼ਨ ਤੇ ਜਦੋਂ ਕੋਈ ਆਉਂਦਾ ਉਹਨੂੰ ਪੈਣ ਵਾਸਤੇ ਕੋਈ ਨਹੀਂ ਮਿਲਦਾ, ਉਹ ਨਹੀਂ ਮਿਲਦਾ ਕਿਸੇ 115 ਗੁਰੂ ਘਰ ਨੇ ਬਰਨਾਲੇ ਦੇ ਵਿੱਚ 115 ਗੁਰੂ ਘਰ, ਈਵਨ ਇਸ ਤੋਂ ਵੱਧ ਹੋ ਗਏ ਹੋਣਗੇ ਜਦੋਂ ਬੇਅਦਬੀ ਸੀ ਉਹ ਆਪਾਂ ਮਿਲੇ ਸਾਰੇ ਗੁਰੂ ਘਰ। ਯਾਨੀ ਕਿ ਜੇ ਕੋਈ ਬੰਦਾ ਨੇਰੇ ਸਵੇਰੇ ਚ ਆ ਜਾਵੇ 150 ਗੁਰੂ ਘਰ ਦੇ ਵਿੱਚ 2000 ਗੁਰੂ ਘਰ ਨੇ ਕਿ ਸਾਡਾ ਪਾਣੀ ਮਿਲਦਾ। ਹਾਂ ਇਹ ਮੱਕੀ ਤੋਂ ਹੋਰ ਆ ਜੀ, ਇੱਕ ਬਜ਼ੁਰਗ ਉਹ ਮੰਦਰ ਕੋਲੇ ਮੰਦਰ ਕੋਲ ਹੋਰ ਬੈਠਣ ਦੀ ਮਾਤਾ ਜੀ ਬੜੀ ਨਾਮ ਉਹਦੀ ਉਹ ਕਰਾ ਦਿੰਦੇ। ਕੋਈ ਗੱਲ ਨਹੀਂ ਵੀਰੇ, ਬਾਬੇ ਨਾਨਕ ਨੇ ਜਿਹਦੀ ਸੇਵਾ ਲਾਤੀ ਉਹ ਵੀ ਲੈ ਜਾਵਾਂਗੇ ਮਾਂ ਬਣਾ ਕੇ। ਬਿਲਕੁਲ ਤਾਂ ਉਹਦੀ ਡਿਊਟੀ ਲਾਈ ਹੋਈ ਆ, ਉਹੀ ਕਰਾਉਣਾ ਜਿਹਦੀ ਕਰਾਉਣੀ ਆ ਬਾਬਾ ਨਾਨਕ। ਪਹਿਲਾਂ ਵੀ ਤੁਹਾਨੂੰ ਕਈ ਵਾਰ ਫੋਨ ਤੁਹਾਡਾ ਫੋਨ ਬਿਜੀ ਜਾ ਕੇ ਦਿੰਦਾ ਤਾਂ ਕਰਦੇ ਆ ਬਾਈ ਆਪਾਂ। ਤੇ ਇਹ ਬਾਈ ਜੀ ਵੀ ਇਹੀ ਗੱਲ ਕਹਿੰਦੇ ਵੀ ਇਸ ਸ਼ਹਿਰ ਦੇ ਵਿੱਚ 150 ਦੇ ਕਰੀਬ ਗੁਰੂ ਘਰ ਆ। ਜਦੋਂ ਬੇਅਦਬੀਆਂ ਹੋਈਆਂ ਉਹਦੇ ਨਾਲ ਗਿਣਤੀ ਕੀਤੀ 150 ਬਰਨਾਲੇ ਸ਼ਹਿਰ 'ਚ ਗੁਰੂ ਘਰ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ ਹੋਣ, ਉੱਥੇ ਉਹਦੀ ਧੀ ਸੜਕ ਤੇ ਸੌਂ ਗਈ। ਨਨਕੀ ਵਾਲੇ ਬਾਜਾਂ ਵਾਲੇ ਤੇ ਬਹੁਤ ਸਾਡੀ ਗੁਰੂਆਰ ਜਾਂਦੇ ਜੀ ਬੇਬੇ ਉਹਨਾਂ ਨੂੰ ਤੁਸੀਂ ਰੋਜ਼ ਯਾਦ ਕਰਦੇ ਹੋ? ਉਹ ਕੰਨੇ ਜੋ ਕਰਦੇ ਨੇ ਫਿਰ ਅੱਛਾ, ਨਹੀਂ ਤਾਂ ਉਹ ਯਾਦ ਕਰਦੇ ਤੈਨੂੰ? ਬੱਬਾ ਮੇਰੀ ਮਾਂ ਸਿੱਧੀਆਂ ਰੱਬ ਨਾਲ ਤਾਰਾਂ ਜੁੜੀਆਂ ਤਾਂ ਹੀ ਬੈਠੀ ਆ ਸੜਕ ਤੇ ਜਿਉਂਦੀ। ਸਿੱਧੀਆਂ ਉਹਦੇ ਨਾਲ ਗੁਰੂ ਨਾਨਕ ਪਾਤਸ਼ਾਹ ਨਾਲ ਗੱਲਾਂ ਕਰਦੀਆਂ ਮੇਰੀ ਮਾਂ। ਪੂਰਾ ਪੋਹ ਦਾ ਮਹੀਨਾ ਪੂਰਾ ਠੰਡ ਚ ਹੀ ਰਹੇ। ਪਰ ਜੀ ਇੰਨਾ ਸਾਡਾ ਕਬੂਲ ਕਰਿਓ, ਬਹੁਤ ਜ਼ਿਆਦਾ ਬੋਲ ਗਏ ਆ। ਕਿਸੇ ਨੂੰ ਗੁੱਸਾ ਲੱਗਿਆ ਹੋਵੇ ਮਾਫੀ ਮੰਗਦੇ ਆ, ਸ਼ਾਇਦ ਕਿਸੇ ਦੇ ਦਿਲ ਤੇ ਲੱਗੀ ਹੋਵੇ ਉਹ ਵੀ ਮਾਫੀ ਮੰਗਦੇ ਆ। ਪਰ ਜੋ ਵੀ ਕਿਹਾ ਹਾਲਾਤਾਂ ਨੂੰ ਦੇਖ, ਜੋ ਵੀ ਬੋਲਿਆ ਹਾਲਾਤਾਂ ਨੂੰ ਦੇਖ, ਜੋ ਵੀ ਮਨ ਚ ਆਇਆ ਉਹੀ ਜਜ਼ਬਾਤ ਤੁਹਾਡੇ ਸਾਹਮਣੇ ਰੱਖਿਆ। ਬਸ ਕਬੂਲ ਕਰਿਓ, ਸੋਚਿਓ, ਵਿਚਾਰਿਓ ਕਿ ਤੁਸੀਂ ਇਸ ਚੀਜ਼ ਦੇ ਹੱਕਦਾਰ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਕਹਾਉਣ ਦੇ, ਕਿ ਤੁਸੀਂ ਇਸ ਚੀਜ਼ ਦੇ ਹੱਕਦਾਰ ਹੋ ਭਾਈ ਕਨ੍ਹਈਆ ਜੀ ਦੇ ਵਾਰਸ ਕਹਾਉਣ ਦੇ, ਕਿ ਤੁਸੀਂ ਭਗਤ ਸਿੰਘ ਦੀ ਸੋਚ ਤੇ ਚੱਲਣ ਵਾਲੇ ਇਨਸਾਨ ਹੋ, ਜਿਹਦੇ ਪੁੱਤ ਥੱਲੇ ਬੈਠੀ ਮਾਂ ਉਹਨੂੰ ਰੋਜ਼ ਫੁੱਲ ਤਾਂ ਚੜਾਉਂਦੀ ਆ, ਪਰ ਉਹਨੂੰ ਕੋਈ ਮਾਂ ਦੇ ਸਿਰ ਤੇ ਛੱਤ ਦੇਣ ਵਾਲਾ ਨਹੀਂ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਚੱਲੀਏ ਤੈਨੂੰ ਘਰ ਵਧੀਆ ਘਰ ਲੈ ਕੇ ਦਿੱਤਾ ਤੈਨੂੰ। ਇੱਥੇ ਮੈਂ ਲਿਆ ਕਮਰੇ, 2 ਕਮਰੇ ਆ, ਇੱਕ ਵਿਹੜਾ, ਬਾਥਰੂਮ, ਲੈਟਰੀਨ, ਅਟੈਚ ਆ।